ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਮੇਂ-ਸਮੇਂ ਦੇ ਉੱਤੇ ਜਾਰੀ ਕੀਤੇ ਹੋਏ ਗੁਰੂ ਸਾਹਿਬਾਨ ਵੱਲੋਂ ਉਹ ਪਾਵਨ ਹੁਕਮਨਾਮੇ ਜਿਹੜੇ ਵਕਤੀ ਹਕੂਮਤਾਂ ਦੇ ਹੁਕਮਾਂ ਦੇ ਮੁਕਾਬਲੇ ਦੇ ਉੱਤੇ ਸਦੀਵੀ ਸਨ, ਜਿਨ੍ਹਾਂ ਦੀ ਕੋਈ ਸੀਮਾ ਨਹੀਂ ਸੀ, ਜਿਨ੍ਹਾਂ ਦਾ ਕੋਈ ਸਮਾਂ ਬੱਧ ਨਹੀਂ ਸਨ, क्योंकि हाकम और वक्ती हाकम ए भूपत सब दिवस चार के झूठे करत दिवाजा कहू हर समान नहीं राजा की गल कही गई। ये ਜਿਹੜੇ ਹੁਕਮ ਜਾਰੀ ਕਰਦੇ ਹਨ ਉਸ ਦੀ ਮਿਆਦ ਇੱਕ ਸਮਾਬੱਧ ਹੁੰਦੀ ਹੈ ਔਰ ਉਸ ਦਾ ਅਸਰ ਉਸ ਰਾਜ ਦੀ ਸੀਮਾ ਤੱਕ ਹੁੰਦਾ ਹੈ। ਉਸ ਭੂਗੋਲਿਕ ਸੀਮਾ ਤੋਂ ਬਾਅਦ ਉਹ ਨਿਰਸਤ ਹੋ ਜਾਂਦਾ ਹੈ, ਉਹ ਕੇਵਲ ਇੱਕ ਕਾਗਜ਼ ਦਾ ਟੁਕੜਾ ਹੁੰਦਾ ਹੈ। ਪਰ ਗੁਰੂ ਸਾਹਿਬ ਲੋਕਾਂ ਦੇ ਮਨਾਂ 'ਤੇ ਰਾਜ ਕਰਨ ਵਾਲੇ ਜੁਗੋ ਜੁਗ ਅਟੱਲ ਹਨ। ਉਹਨਾਂ ਦੇ ਦਿੱਤੇ ਹੋਏ ਹੁਕਮ ਸਦੀਵੀ ਹਨ। ਅਸੀਂ ਉਹਨਾਂ ਦੇ ਉੱਤੇ ਤੁਰ ਸਕੀਏ ਨਾ ਤੁਰ ਸਕੀਏ, ਪਰ ਇਹ ਇੱਕ ਪੈਮਾਨਾ ਹੈ, ਇੱਕ ਬਾਰ-ਬਾਰ ਚੇਤਾਵਨੀ ਹੈ। ਜਦੋਂ ਕੋਈ ਨਿਯਮ ਬਣੇਗਾ, ਜਦੋਂ ਕੋਈ ਅਸੂਲ ਕਾਇਮ ਕੀਤਾ ਜਾਏਗਾ, ਅਗਰ ਉਸ ਦੇ ਵਿੱਚ ਤਰੇੜ ਆਏਗੀ ਤਾਂ ਫਿਰ ਉਹ ਪਤਾ ਲੱਗੇਗੀ। ਜੇਕਰ ਦੀਵਾਰ ਬਣੇਗੀ, ਅਗਰ ਦੀਵਾਰ ਬਣਾਈ ਜਾਏਗੀ ਤਾਂ ਉਸ ਵਿੱਚ ਆਈ ਹੋਈ ਤਰੇੜ ਇਹ ਦੱਸੇਗੀ ਕਿ ਇਸ ਵਿੱਚ ਕੋਈ ਵਿਘਨ ਪਿਆ ਹੈ, ਇਸ ਵਿੱਚ ਕੋਈ ਰੁਕਾਵਟ ਆਈ ਹੈ, ਇਸ ਵਿੱਚ ਕੋਈ ਖਰਾਬੀ ਹੈ। ਪਰ ਜੇਕਰ ਨਿਯਮ ਹੀ ਨਹੀਂ ਬਣਨਗੇ, ਇੱਟਾਂ ਦੇ ਢੇਰ ਵਿੱਚ ਕਦੀ ਤਰੇੜ ਨਹੀਂ ਆ ਸਕਦੀ। ਗੁਰੂ ਸਾਹਿਬ ਨੇ ਜਿਹੜੇ ਨਿਯਮ ਦਿੱਤੇ, ਜਿਹੜੇ ਹੁਕਮ ਜਾਰੀ ਕੀਤੇ, ਉਹ ਇੱਕ ਬੈਂਚਮਾਰਕ ਹੈ। ਅਸੀਂ ਦੋ ਗੱਲਾਂ ਹਨ, ਸਾਡੇ ਨਾਲ ਗੁਰੂ ਦੀ, ਗੁਰੂ ਦੇ ਨਾਲ ਸਾਡੀ ਨੇੜਤਾ ਦਾ ਇੱਕੋ ਇੱਕ ਤਰੀਕਾ ਹੈ, ਜਾਂ ਤਾਂ ਅਸੀਂ ਉਹਨਾਂ ਨਿਯਮਾਂ ਦੇ ਰਾਹੀਂ ਉਹਨਾਂ ਤੱਕ ਚੱਲੀਏ, ਗੁਰੂ ਦੇ ਨੇੜੇ ਹੋਈਏ, ਜਾਂ ਗੁਰੂ ਸਾਡੇ ਨੇੜੇ ਹੋਏ। ਅਸੀਂ ਆਪਣੀਆਂ ਇਲਤਾਂ, ਆਪਣੀਆਂ ਆਦਤਾਂ, ਆਪਣੀਆਂ ਵਾਦੀਆਂ ਅਗਰ ਅਸੀਂ ਛੱਡਣ ਨੂੰ ਤਿਆਰ ਨਹੀਂ ਤਾਂ ਗੁਰੂ ਵੀ ਉਹ ਸਦੀਵੀ ਗੁਰੂ ਹੈ, ਇਲਾਹੀ ਗੁਰੂ ਹੈ, ਉਹ ਵਾਹਿਗੁਰੂ ਦੀ ਨਿਰਮਲ ਜੋਤ ਹੈ। ਉਸਨੇ ਆਪਣਾ ਅਸਰ, ਆਪਣਾ ਪੈਮਾਨਾ ਉਹ ਥੱਲੇ ਨਹੀਂ ਲਿਆ ਸਕਦਾ। ਅੱਜ ਜਿਸ ਗੱਲ ਕਰਕੇ ਆਪ ਨੂੰ ਥੋੜ੍ਹੀ ਜਿਹੀ ਭੂਮਿਕਾ ਦੇਣ ਦੀ ਲੋੜ ਹੈ, ਉਹ ਗੁਰੂ ਸਾਹਿਬ ਨੇ, ਅਗਰ ਗੁਰੂ ਨਾਨਕ ਸਾਹਿਬ ਨੇ ਆਪਣਾ ਘਰ ਕਾੜ ਛੱਡਿਆ, ਅਗਰ ਅਕਾਲ ਪੁਰਖ ਨੇ ਸਤਿਗੁਰੂ ਨਾਨਕ ਨੂੰ ਇਸ ਧਰਤੀ ਦੇ ਉੱਤੇ ਭੇਜਿਆ ਤਾਂ ਉਸ ਦਾ ਕੋਈ ਮਕਸਦ ਸੀ, ਉਸ ਦਾ ਕੋਈ ਨਿਸ਼ਾਨਾ ਸੀ। ਉਹ ਕੋਈ ਵਕਤੀ ਗੱਲਬਾਤ ਨਹੀਂ ਸੀ, ਕਿਸੇ ਵਕਤੀ ਮਕਸਦ ਲਈ ਨਹੀਂ ਸੀ। ਉਹ ਤਾਂ ਆਉਣ ਵਾਲੇ ਸਦੀਵ ਕਾਲ ਲਈ ਜੁਗੋ ਜੁਗ ਅਟੱਲ ਇੱਕ ਨਿਯਮ ਸਨ, ਇੱਕ ਅਸੂਲ ਸਨ, ਔਰ ਜਿਹੜੀ ਕਿਹਾ ਜਾ ਸਕਦਾ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਔਰ ਇਸ ਬੂਟੇ ਨੂੰ ਪਾਣੀ ਨਹੀਂ ਬਲਕਿ ਗੁਰੂ ਸਾਹਿਬਾਨ ਨੇ ਆਪਣੀ ਸੰਤਾਨ, ਆਪਣੀ ਕੁੱਲ, ਆਪਣੇ ਖਾਨਦਾਨ, ਉਹਨਾਂ ਦਾ ਔਰ ਆਪਣਾ ਉਸ ਵਿੱਚ ਲਹੂ ਡੋਲਿਆ, ਉਸ ਵਿੱਚ ਲਹੂ ਪਾਇਆ, ਤਾਂ ਇਹ ਦਰਖਤ ਬਣਿਆ। ਸਾਰੇ ਅਧਿਕਾਰ ਗੁਰੂ ਸਾਹਿਬ ਨੇ ਦੋ ਪੈਰਾਮੀਟਰ, ਦੋ ਪੈਮਾਨੇ, ਦੋ ਖੰਭੇ, ਰੇਲ ਦੀ ਪਟੜੀ ਦੇ ਜਿਵੇਂ ਦੋ ਪਟੜੀਆਂ ਹੁੰਦੀਆਂ ਹਨ, ਉਹਨਾਂ ਦੇ ਵਿਚਕਾਰ ਸਾਰਾ ਕੁਝ ਸਮੋਇਆ ਹੈ। ਉਹ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ। ਇਹਨਾਂ ਦੋਨਾਂ ਦੇ ਅੰਦਰ ਹੀ ਸਾਰਾ ਕੁਝ ਹੈ। ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅਗਰ ਉਸ ਅਗੰਮੀ ਸਿਧਾਂਤ ਦੇ ਉੱਤੇ ਅਗਰ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਫਿਰ ਉਹ ਸਿੱਖ ਸਰੂਪ ਵਿੱਚ ਹੋ ਸਕਦਾ ਹੈ, ਭੇਖ ਵਿੱਚ ਹੋ ਸਕਦਾ ਹੈ, ਪਰ ਇੱਕ ਭੇਖੀ ਹੀ ਕਿਹਾ ਜਾਏਗਾ। ਇਸ ਇਲਾਹੀ ਸਰੂਪ ਜਿਹੜਾ ਗੁਰੂ ਸਾਹਿਬ ਨੇ ਆਪਣਾ ਸਾਰਾ ਕੁਝ ਦੇ ਕੇ ਜਿਹੜਾ ਤਿਆਰ ਕੀਤਾ ਸੀ, ਸ਼ੁਰੂ ਤੋਂ ਹੀ ਕਈ ਝੱਖੜ ਝੁੱਲੇ, ਕਈ ਹਨੇਰੀਆਂ ਆਈਆਂ ਇਸ ਨੂੰ ਨੇਸਤੋ ਨਾਬੂਦ ਕਰਨ ਲਈ, ਇਸ ਨੂੰ ਸਮਾਪਤ ਕਰਨ ਲਈ। ਪਰ ਗੁਰੂ ਦਾ ਇੱਕ ਆਸ਼ੀਰਵਾਦ ਸੀ, ਉਹਨਾਂ ਦਾ ਹੱਥ ਸੀ, ਚਤਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਤਿਗੁਰੂ ਦਾ, ਸਤਿਗੁਰ ਸੱਚੇ ਪਾਤਸ਼ਾਹ ਦਾ ਉਹ ਹੱਥ
साडे सिर दे उत्ते है। पर जेकर साडा सिर ही डोली जाए, सिर ही ना टिके, फिर उस हथ का भी कोई दोष नहीं। ये जिहड़ा सिद्धांत सी, इस असूलों तो, इन्हां असूलों तो खालसे नूं थिड़काउण लई कई दफ़ा कई पंबल पूसे, कई भुलेखे, कई कुछ होया। गुरु साहब दे काल विच भी होया, गुरु अर्जन साहब दे वेले भी होया, बाद विच भी हुंदा रहा। पर ये गुरु साहब दा एक बचन सी, एक वादा सी कि पंथ खालसा खेती मेरी, हों संभाल करों तिसकेरी। वक्ती तौर पर सानू लगता है कि पंथ खतरे विच है और ये एहसास होना भी चाहिए, पर ताकि असी अपना बचा कर सकीए और मन नूं बन सकीए। पर दूसरे पासे बहुती चिंता की भी गल नहीं, क्योंकि पंथ दा वाली मौजूद है। पंथ नूं उसका मालक, वो आप सांभण वाला, उसका वादा भी है। असी चिंता अपनी करिए, पंथ का की बनेगा, पंथ की सिक्खी का की बनेगा, ये गुरु के उत्ते भरोसा रखिए। अपने आप नूं सिक्खी सिद्धांतां दे नाल जोड़न दी, अपने आले दुआले नूं उसनूं जोड़न दी असी जरूर गंभीर कोशिश करिए। समय समय दे उत्ते जिहड़े ढंग तरीके वरत के कौम नूं कौम दे उत्ते हमले करन दी कोशिश की गई, उस दे विच अज जिहड़ा मसला आप नाल साझा करांगे वो बहुत ही गंभीर है और जापदा है कि आने वाले समय दे विच जेकर असी हुण ना चेते, असी हुण ना संभले, तो शायद ये चीज़ इतनी दूर ले जाएगी कि जिसका शायद सानू एहसास भी नहीं होएगा। इस मसले दे उत्ते आप नाल जरूर गल करांगे, पर एक सिर्फ सिख रहत मर्यादा दी एक क्लॉज आप नाल सांझी कर लईए, जिहड़ी कि हर सिख नूं पता है, हर सिख नितनेम दे विच भी करदा है, वो अकाल पुरख का चित्रण भी करता है, अकाल पुरख के सरूप का चित्रण भी करता है। जदों मूल मंत्र का पाठ करता है, एक ओंकार तो लैके गुरप्रसाद तक, जदों चक्र चहने और बरन जात की गल करता है, तो यह स्पष्ट करता है कि वो अकाल पुरख अनुभव प्रकाश है, उसका कोई स्वरूप नहीं है, उसका कोई रंग नहीं है, उसका कोई रूप नहीं है, उसनूं थापिया ना जाए, कीता ना होए, उसनूं स्थापित नहीं किया जा सकता, उसनूं थापिया नहीं जा सकता, पर हाँ उसनूं अनुभव किया जा सकता है, उसनूं गलवकड़ी विच लिया जा सकता है, उसके अंग संग होया जा सकता है। वो अपने हमेशा अंग संग उसके नाल हो सकते हाँ, पर जेकर उसनूं किसी साकार रूप दे विच, स्थूल रूप दे विच वो कभी भी स्थापित नहीं किया जा सकता। गुरु नानक पातशाह का यह मुढ़ला सिद्धांत सी, बुनियादी असूल सी कि उस अकाल पुरख की कोई मूर्ति नहीं बन सकती, क्योंकि वो इतना विशाल है कि उसके लिए तो एक गगन भी छोटा है, उसके लिए तो चंद तारे भी घट हैं। गगन में थाल रव चंद दीपक बने, तारका मंडल जनक मोती, तूपमल आन लो पवन चवरो करे वाली जदों गल की, वो इतना विशाल है और उसका कोई आद नहीं है, कोई अंत नहीं है। जेकर अगर कह भी लिया जाए, अगर सिद्धांतक तौर पर मन भी लिया जाए कि एक होर रब है, मन भी लिया जाए, तो फिर अगर एक टेबल है, एक होर टेबल रखना है, तो वो टेबल उत्थे रखा जाएगा जिथे ये शुरू होंदा है या जिथे ख़त्म होंदा है। पर जेकर अकाल पुरख का कोई आद नहीं है, जेकर अंत नहीं है, जे वो बेअंत है, फिर दूसरा समोएगा किथे। सतगुरु सच्चे पातशाह साहिब श्री गुरु नानक देव जी महाराज जदों बगदाद गए सी, एक बड़ा ही छोटा जिहा सवाल गुरु नानक साहब नूं कीता सी। जदों सतगुरु ने कहा सी कि रब जे चाहे तो सारे काम नहीं कर सकता, एक बड़ा वड्डा चैलेंज सी।
उस फलसफे नूं जदों हजूर ने कहा कि रब चाहे वो भी सारे काम नहीं कर सकता, तो उन्होंने कहा सी आँख उदाम सयस्त के खुद खुदाए खले पैदा नवे शवद। वो केड़ी चीज़ है अगर रब भी चाहे तो पैदा ना कर सके। सतगुरु ने कहा सी आँख उदाम सयस्त के खुद खुदाए खुदाए दीगर पैदा नवे शवद। जे रब चाहे कि मैं एक रब होर पैदा कर लवां, नहीं कर सकता। रब भी दूजा रब पैदा नहीं कर सकता। उसके बड़े गुण हैं, पर एक गुण उसका कमाल दा है। गुण एहो होर ना ही कोए, ना को होआ ना को होए। वो जिहड़ा अकाल पुरख कहो नानक गुर खोए परम, एको अल्लो पार ब्रह्म। वो किसी एक इलाके का नहीं, किसी एक जात का नहीं, किसी एक विशेष तबके का नहीं। सब इकट्ठ राम बोले रामा बोले राम बिना को बोले रे। वो जर्रे जर्रे दे विच है, उस तो कोई थां खाली नहीं है। इस करके उसनों किसी छोटे स्वरूप विच ना तो बन्निया जा सकता है, ना तसव्वर किया जा सकता है, ना मन्निया जा सकता है। ये सिख पंथ का गुरु नानक पातशाह का ये बुनियादी मुढ़ला असूल सी। पर अज इसे सिद्धांत दे उत्ते बहुत ही गंभीरता दे नाल डिस्क्रीटली जिन्हों कहा जाता है, चुप चपीते गुप्त तरीके नाल बहुत ही संगीन हमला किया जा रहा है और असी सुते पे हाँ। इस दे बारे तुहाडे नाल बहुत ही गंभीर बेनती है कि इसनूं इसे भावना दे नाल विचारन दी लोड़ है। आप नाल वो सारी वार्ता सांझी करांगे, पर एक वक्फे दे बाद। जस पंजाबी दे सूझवान दर्शकों का वक्फे दे बाद निੱਘਾ स्वागत है। असी आप जी नाल विचार कर रहे सी एक बहुत ही गंभीर, जिसनों एक हमले के तौर के उत्ते भी सोचा जा सकता है। और वो हमला इतना गंभीर है, पर देखण नूं बड़ा इनोसेंट जिहा लगता है। पर जेकर असी ना चेते तो फिर जिवें हजूर का बचन है, अगे दे जे चेतीए तो कायत मिले सजाए। ते नाल ये भी आदेश है दे लम्मी नदर निहालीए। दूर अंदेशी दे नाल गुरु साहब दे उन्हां बुनियादी असूलों के उत्ते ये जिहड़ा कुठाराघात होने की कोशिश हो रही है, उसनूं जड़ तो रोकण की लोड़ है। ये हमला इतना संगीन और बुनियादी है कि साढ़े बुनियादी मुढ़ले असूलों के उत्ते ही हमलावर होएगा। जिवें जाप साहब दे आरंभ दे विच ही है कि चक्र चहन अर बरन जात अर पात न हिंजे, रूप रंग अर रेख पेक को कह न सकत कै, अचल मूरत अनुभव प्रकाश अमित तोज कहिजे। वो जिहड़ा वाहिगुरू, वो निरंकार, वो निराकार, जिहड़ा अमित ओज है, जिसनों अनुभव प्रकाश है, उसनों अनुभव किया जा सकता है। उसकी मूर्ति नहीं बन सकती। इस करके सिख रहत मर्यादा विच स्पष्ट तौर पर अंकित है कि मूर्ति बनानी मना है, गुरु साहब दियाँ मूर्तियां बनानियां मना है। और इस दे नाल ही गुरमत रहनी वाले कॉलम विच भी लिखिया है, गौर मठ मड़ी मूर्ति पूजा आद परम रूप कर्मां उत्ते निश्चा नहीं करना। इस दे विच कोई दुविधा नहीं है। पर पंजाब दे विच खास करके वड्डे शहरां विच बहुत वड्डी गिणती दे विच इस इलाही असूल का मजाक उड़ांदियां होयां मूर्तियां ना केवल बन रहीआं विक रहीआं, बल्कि सिखां दे घरां दे विच सजावट का शिंगार का एक हिस्सा भी बन रही हैं। असी कुछ तस्वीरां राहीं वो जिहड़ियां मूर्तियां पंजाब दे तकरीबन हर छोटे वड्डे शहर दे विच हर थां दे उत्ते वो मौजूद हैं। हर निक्की वड्डी दुकान दे उत्ते गिफ्ट हाउस होण या मनियारी दी दुकान होए या होर दुकानां होण, उन्हां सारियां दे उत्ते
बल्कि खास करके ਜਿਹੜੇ ਇਤਿਹਾਸਕ ਸਥਾਨ ਹਨ ਉਹਨਾਂ ਦੇ ਆਲੇ ਦੁਆਲੇ ਵੀ ਉਹਨਾਂ ਬਾਜ਼ਾਰਾਂ ਵਿੱਚ ਇਹ ਮੂਰਤੀਆਂ ਵਿਕ ਰਹੀਆਂ ਹਨ। ਇਸ ਦੇ ਉੱਤੇ ਥੋੜ੍ਹੀ ਜਿਹੀ ਆਪ ਨਾਲ, ਕਿਉਂਕਿ ਇਸ ਦੇ ਪਿਛੋਕੜ ਦੇ ਵਿੱਚ ਕੀ ਹੋ ਰਿਹਾ ਹੈ, ਹੁਣ ਜਿਵੇਂ ਇਹ ਘਰਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੀਆਂ ਫੋਟੋਆਂ ਦੇ ਨਾਲ ਵੀ ਲੋਕਾਂ ਨੇ ਸਜਾਣੀਆਂ ਸ਼ੁਰੂ ਕਰ ਦਿੱਤੀਆਂ ਹਨ ਔਰ ਇਸ ਦੇ ਨਾਲ ਅੱਗੇ ਵੀ ਹੋਰ ਤਸਵੀਰਾਂ ਹਨ। ਇਹ ਜਿਹੜੀਆਂ ਆਮ ਬਾਜ਼ਾਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਮੂਰਤੀਆਂ ਵਿਕ ਰਹੀਆਂ ਹਨ, ਬਣ ਰਹੀਆਂ ਹਨ। ਹੁਣ ਇਸ ਸਾਰੇ ਪਿਛੋਕੜ ਵਿੱਚ, ਕਿਉਂਕਿ ਇਹ ਸਿੱਧੀ ਉਲੰਘਣਾ ਹੈ ਗੁਰੂ ਸਾਹਿਬ ਨੂੰ, ਜਿਹੜੀ ਗੁਰੂ ਸਾਹਿਬ ਨੇ ਖੁਦ ਕਿਹਾ ਸੀ ਕਿ ਮੂਰਤੀ ਨਹੀਂ ਬਣ ਸਕਦੀ, ਮੂਰਤੀ ਨਹੀਂ ਪੂਜੀ ਜਾ ਸਕਦੀ, ਉਹ ਗੁਰੂ ਸਾਹਿਬ ਦੀਆਂ ਮੂਰਤੀਆਂ ਹੀ ਗੁਰੂ ਸਾਹਿਬ ਦੀਆਂ ਹੀ ਬਣਾ ਦੇਣੀਆਂ। ਇਸ ਦਾ ਇੱਕ ਪੈਰਲਲ ਜਾਂ ਇਹੋ ਜਿਹੀ ਇੱਕ ਵਾਰਤਾ ਜਿਹੜੀ ਹੈ ਉਹ ਆਪ ਨਾਲ ਜ਼ਰੂਰ ਸਾਂਝੀ ਕਰਨੀ ਜ਼ਰੂਰੀ ਹੈ। ਤਕਰੀਬਨ 2500 ਸਾਲ ਪਹਿਲੇ ਮਹਾਤਮਾ ਬੁੱਧ ਜਦੋਂ ਇਸ ਧਰਤੀ ਦੇ ਉੱਤੇ ਆਏ ਤੇ ਮਹਾਤਮਾ ਬੁੱਧ ਨੇ ਜਿਹੜੇ ਅਸੂਲ ਦਿੱਤੇ, ਜਿਹੜੇ ਨਿਯਮ ਦਿੱਤੇ ਸੀ, ਉਹਨਾਂ ਨਿਯਮਾਂ ਦੇ ਮੁਤਾਬਕ ਪਹਿਲੀ ਵੱਡੀ ਪੱਧਰ ਦੇ ਉੱਤੇ ਇਹ ਬ੍ਰਾਹਮਣਵਾਦ ਨੂੰ ਬਹੁਤ ਵੱਡੀ ਚੋਟ ਲੱਗੀ ਸੀ, ਕਿਉਂਕਿ ਉਹਨਾਂ ਨੇ ਵੇਦਾਂ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ ਸੀ, ਸੰਸਕ੍ਰਿਤ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ ਸੀ ਔਰ ਸਥਾਪਿਤ ਰੱਬ ਦੇ ਸੰਕਲਪ ਦੇ ਉੱਤੇ ਉਹਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਸਿੱਖ ਲਫ਼ਜ਼ ਬੁੱਧ ਗ੍ਰੰਥਾਂ ਦੇ ਵਿੱਚ ਮਿਲਦਾ ਹੈ, ਸਿੱਖੋ ਕਰਕੇ ਉਹਨਾਂ ਨੇ ਵਰਤੋਂ ਵਿੱਚ ਲਿਆਂਦਾ। ਇਸ ਦੇ ਬਾਅਦ ਉਹਨਾਂ ਨੇ 3 ਚੀਜ਼ਾਂ ਕਹੀਆਂ, ਤੁਸੀਂ ਸੰਘ ਬਣਾਓ, ਸੰਗਤਾਂ ਕਾਇਮ ਕਰੋ, ਸੰਘ ਬਣਾਓ, ਤੁਸੀਂ ਇਕੱਠੇ ਹੋ ਕੇ ਵਿਚਾਰ ਕਰੋ, ਸੰਗਤਾਂ ਉਹਨਾਂ ਨੇ ਕਾਇਮ ਕੀਤੀਆਂ। ਮਹਾਤਮਾ ਬੁੱਧ ਨੇ ਰੱਬ ਦੀ ਕੋਈ ਗੱਲ ਨਾ ਕੀਤੀ, ਬ੍ਰਾਹਮਣਾਂ ਦੀ ਸਰਵਉੱਚਤਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਵੇਦਾਂ ਨੂੰ ਬਿਲਕੁਲ ਤਿਰਸਕਾਰ ਕਰ ਦਿੱਤਾ, ਵੇਦਾਂ ਨੂੰ ਛੱਡ ਦਿੱਤਾ ਔਰ ਜਿਹੜੇ ਵੀ ਅਵਤਾਰ ਸਨ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਨੇ ਨਕਾਰ ਦਿੱਤਾ। ਇੱਕ ਸਿੱਧਾ ਸਾਦਾ ਧਰਮ ਸੀ, ਬੁੱਧਮ ਸ਼ਰਣਮ ਗੱਛਾਮੀ, ਧੰਮਮ ਸ਼ਰਣਮ ਗੱਛਾਮੀ, ਸੰਘੰ ਸ਼ਰਣਮ ਗੱਛਾਮੀ। ਬੁੱਧ ਮਤ ਦਾ ਇਤਨਾ ਪ੍ਰਚਾਰ ਹੋਇਆ ਕਿ ਤੱਕ ਪੂਰਾ ਪੰਜਾਬ ਵੀ ਬੁੱਧ ਮਤ ਦੇ ਪ੍ਰਭਾਵ ਥੱਲੇ ਆ ਗਿਆ ਔਰ ਮਿਲਿੰਦ ਨਾਮ ਦਾ ਰਾਜਾ ਜਿਹੜਾ ਕਿ ਮਨਿੰਦਰ ਸੀ ਔਰ ਉਹ ਮਿਲਿੰਦ ਪੰਜਾਬ ਦਾ ਰਾਜਾ ਸੀ, ਨਾਗਸੇਨ ਉਸਦਾ ਜੋ ਵਜ਼ੀਰ ਸੀ ਜਿਹੜਾ ਉਸ ਨੂੰ ਸਾਰੀਆਂ ਗੱਲਾਂ ਦੱਸਦਾ ਸੀ। ਅਫਗਾਨਿਸਤਾਨ ਤੱਕ ਇਹ ਬੁੱਧ ਧਰਮ ਫੈਲ ਗਿਆ ਕਿਉਂਕਿ ਨਿਯਮ ਬੜੇ ਸਿੱਧੇ ਸਾਦੇ ਸਨ। ਪਰ ਸ਼ੰਕਰਾਚਾਰੀਆ ਦੇ ਵੇਲੇ ਔਰ ਇਸ ਤੋਂ ਪਹਿਲਾਂ ਬੁੱਧ ਨੂੰ ਉਹਨਾਂ ਦੇ ਅਸੂਲਾਂ ਦਾ, ਬੁੱਧ ਦਾ ਮੁਕਾਬਲਾ ਕਰਨ ਲਈ ਇੱਕ ਤਰੀਕਾ ਵਰਤਿਆ ਗਿਆ, ਕਿਉਂਕਿ ਮਹਾਤਮਾ ਬੁੱਧ ਨੇ ਮੂਰਤੀ ਪੂਜਾ ਦਾ ਬਿਲਕੁਲ ਨਕਾਰੀ, ਮੂਰਤੀਆਂ ਨਹੀਂ ਬਣ ਸਕਦੀਆਂ, ਮੂਰਤੀ ਪੂਜਾ ਨਹੀਂ ਹੋ ਸਕਦੀ, ਭਗਵਾਨ ਦੀ ਗੱਲ ਨਹੀਂ ਕੀਤੀ, ਵੇਦਾਂ ਦੀ ਗੱਲ ਨਹੀਂ ਕੀਤੀ, ਸੰਸਕ੍ਰਿਤ ਦੀ ਗੱਲ ਨਹੀਂ ਕੀਤੀ। ਤਾਂ ਫਿਰ ਬੁੱਧ ਦਾ ਮੁਕਾਬਲਾ ਕਰਨਾ ਇਤਨਾ ਕਠਿਨ ਹੋ ਰਿਹਾ ਸੀ ਕਿ ਬੁੱਧ ਨੂੰ ਹੀ ਭਗਵਾਨ ਬੁੱਧ ਐਲਾਨ ਦਿੱਤਾ ਗਿਆ ਔਰ ਇੱਥੇ ਹੀ ਬਸ ਨਹੀਂ, ਭਗਵਾਨ ਬੁੱਧ ਕਹਿ ਕੇ ਬੁੱਧ ਨੂੰ ਵਿਸ਼ਨੂੰ ਦਾ 8ਵਾਂ ਅਵਤਾਰ ਵੀ ਐਲਾਨ ਦਿੱਤਾ ਗਿਆ। ਜੌਨ ਡਾਸਨ ਦਾ ਹਿੰਦੂ ਮਿਥਿਹਾਸ ਕੋਸ਼ ਹੈ ਜਿਸ ਦੇ ਵਿੱਚੋਂ ਆਪ ਨੂੰ ਉਹ ਹਵਾਲਾ ਜ਼ਰੂਰ ਦੇਣਾ ਚਾਹੁੰਦੇ ਹਾਂ। ਉਸ ਵਿੱਚ ਲਿਖਿਆ ਹੈ ਕਿ ਬੁੱਧ ਦੀ ਧਾਰਮਿਕ ਗੁਰੂ ਦੇ ਰੂਪ ਵਿੱਚ ਮਹਾਨ ਸਫਲਤਾ ਕਾਰਨ ਹੀ ਬ੍ਰਾਹਮਣਾਂ ਨੇ ਉਸ ਨੂੰ ਵਿਰੋਧੀ ਨਾ ਸਮਝਦਿਆਂ ਹੋਇਆਂ ਅਵਤਾਰ ਦੇ ਰੂਪ ਵਿੱਚ ਸਵੀਕਾਰ ਕੀਤਾ। ਹੁਣ ਕਿਸੇ ਨੇ ਅਗਰ ਪੁੱਛਿਆ ਕਿ ਬੁੱਧ ਤਾਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ, ਉਹ ਵਿਸ਼ਨੂੰ ਦਾ ਅਵਤਾਰ ਕਿੱਦਾਂ ਹੈ, ਤਾਂ ਇੱਕ ਕਮਾਲ ਦਾ ਰੈਫਰੈਂਸ ਦਿੱਤਾ ਗਿਆ ਉਹਨਾਂ ਗ੍ਰੰਥਾਂ ਦੇ ਵਿੱਚ ਕਿ ਇਹ ਵਿਸ਼ਨੂੰ ਭਗਵਾਨ ਬੁੱਧ ਦੇ ਰੂਪ ਵਿੱਚ ਪ੍ਰਗਟ ਹੋਏ ਹਨ। ਇਹ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੀ ਛਪੀ ਹੋਈ ਪੁਸਤਕ ਦੇ ਵਿੱਚ ਜੌਨ ਡਾਸਨ ਦੀ ਐਨਸਾਈਕਲੋਪੀਡੀਆ ਆਫ ਹਿੰਦੂ ਰਿਲੀਜਨ ਵਿੱਚ ਅੰਕਿਤ ਹੈ ਕਿ ਬੁੱਧ ਦੀ ਧਾਰਮਿਕ ਗੁਰੂ ਦੇ ਰੂਪ ਵਿੱਚ ਮਹਾਨ ਸਫਲਤਾ ਕਾਰਨ ਹੀ ਬ੍ਰਾਹਮਣਾਂ ਨੇ ਉਸ ਨੂੰ ਵਿਰੋਧੀ ਨਾ ਸਮਝਦਿਆਂ ਹੋਇਆਂ
ਅਵਤਾਰ ਦੇ ਰੂਪ ਵਿੱਚ ਸਵੀਕਾਰ ਕੀਤਾ। ਸੋ ਇਸ ਤਰ੍ਹਾਂ ਬੁੱਧ ਦੇ ਰੂਪ ਵਿੱਚ ਵਿਸ਼ਨੂੰ ਦੈਂਤਾਂ ਤੇ ਪਾਪੀ ਮਨੁੱਖਾਂ ਨੂੰ ਵੇਦਾਂ ਦੀ ਅਵੱਗਿਆ ਕਰਨ, ਜਾਤ-ਪਾਤ ਤੋੜਨ ਅਤੇ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਦਾ ਉਤਸ਼ਾਹ ਦੇਣ ਲਈ ਅਤੇ ਇਸ ਤਰ੍ਹਾਂ ਉਹਨਾਂ ਦਾ ਆਪਣਾ ਵਿਨਾਸ਼ ਕਰਨ ਲਈ ਪ੍ਰਗਟ ਹੋਏ ਹਨ। ਯਾਨੀ ਇਹ ਸਿਧਾਂਤ ਦਿੱਤਾ ਗਿਆ ਕਿ ਬੁੱਧ ਵਿਸ਼ਨੂੰ ਦਾ ਅਵਤਾਰ ਹੈ, ਜਿਹੜੇ ਇਸ ਕੰਮ ਲਈ ਇਸ ਧਰਤੀ ਤੇ ਆਏ ਹਨ ਕਿ ਭੈੜੇ ਬੰਦਿਆਂ ਤੋਂ ਵੇਦਾਂ ਦੀ ਨਿੰਦਾ ਕਰਵਾਉਣ, ਮੂਰਤੀ ਪੂਜਾ ਦੇ ਖਿਲਾਫ ਬੁਲਵਾਉਣ, ਬ੍ਰਾਹਮਣਾਂ ਦੇ ਖਿਲਾਫ ਬੁਲਵਾਉਣ ਔਰ ਇਹ ਸਾਰੇ ਕੰਮ ਕਰਨ ਤਾਂ ਕਿ ਉਹ ਸਾਰੇ ਲੋਕ ਨਰਕ ਨੂੰ ਚਲੇ ਜਾਣ। ਯਾਨੀ ਕਿ ਬੁੱਧ ਚੰਗਾ ਹੈ, ਅਵਤਾਰ ਹੈ, ਪਰ ਬੋਧੀ ਮਾੜੇ ਹਨ। ਔਰ ਇਸ ਤਰੀਕੇ ਦੇ ਨਾਲ ਬੁੱਧ ਮਤ ਨੂੰ ਹਿੰਦੁਸਤਾਨ 'ਚੋਂ ਸਮਾਪਤ ਕਰ ਦਿੱਤਾ ਗਿਆ। ਉਸ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਡਿਕਲੇਅਰ ਕਰਕੇ ਬੁੱਧ ਮਤ ਨੂੰ ਤਕਰੀਬਨ ਹਿੰਦੁਸਤਾਨ 'ਚੋਂ ਸਮਾਪਤ ਹੋ ਗਿਆ। ਬਾਹਰ ਦੂਸਰੇ ਮੁਲਕਾਂ ਦੇ ਵਿੱਚ ਉਹ ਆਪਣੇ ਇੱਕ ਨਵੇਂ ਰੂਪ ਦੇ ਵਿੱਚ ਉਭਰਿਆ। ਹਾਲੀ ਉਸਨੇ ਇੱਕ ਬਹੁਤ ਹੀ ਭਾਵਪੂਰਤ ਇੱਕ ਸ਼ੇਅਰ ਲਿਖਿਆ ਸੀ कि ये दीने हिजाजी का बेबाक बेड़ा, ना देहूँ में अटका ना सेहूँ में अटका, किए पार थे जिसने सातों समंदर वो डूबा दहाने में गंगा के आकर। सो ये जिहड़ा तरीका सी कि जिहड़ा बिल्कुल उही तरीका अगर असी ना समझे, गुरु साहब ने जिहड़ा असूल दिता, जिहड़ा सिद्धांत दिता कि गुरु दीयां मूर्तियां नहीं बन सकदियां, रब दी मूरत नहीं बन सकदी और वो पंजाब की धरती के उत्ते ही अगर वो हज़ारां लखां की गिणती विच तुहाडे घरां विच पहुँच रही हैं, अगर तुहानूं अज कोई गुरु नानक साहब की मूर्ति दे के जाएगा कि तुहाडे अंदर इतनी जरूरत होएगी कि उसनूं लैके तुसीं जल प्रवाह कर दो, सुट दो। दरअसल ये हमले का एक नवा रूप है और सानूं उसका हल भी समझ नहीं आ रहा। ਅਸੀਂ ਹੋਰ ਮੁੱਦਿਆਂ ਦੇ ਉੱਤੇ ਜਿਹੜੇ ਕਿ ਸਾਨੂੰ ਜੋੜਦੇ ਸਨ ਉਹਨਾਂ ਦੇ ਉੱਤੇ ਅਸੀਂ ਵਿਖਾਦ ਪਾਈ ਜਾ ਰਹੇ ਹਾਂ ਕਿ ਗੁਰੂ ਇਹ ਲਿਖ ਸਕਦਾ ਹੈ, ਕਿ ਗੁਰੂ ਇਹ ਕਰ ਸਕਦਾ ਹੈ। ਕਦੀ ਗੁਰੂ ਸਾਹਿਬ ਦੇ ਬਣਾਏ ਹੋਏ ਉਹਨਾਂ ਅਸੂਲਾਂ, ਉਹਨਾਂ ਤਿੱਥਾਂ, ਉਹਨਾਂ ਮਿਤੀਆਂ ਨੂੰ ਉਹਨਾਂ ਨੂੰ ਨਕਾਰਦੇ ਪਏ ਹਾਂ, ਕਦੀ ਉਹਦੀ ਬਾਣੀ ਨੂੰ ਨਕਾਰਦੇ ਪਏ ਹਾਂ। ਪਰ ਜਿਹੜਾ ਸਹੀ ਮਾਇਨੇ ਦੇ ਵਿੱਚ ਇੱਕ ਹਮਲਾ ਹੈ और साढ़े न्यारेपन के उत्ते सीधा हमला है, बुनियादी असूलों के उत्ते हमला है, सानू उसकी फिक्र भी नहीं है। असी लम्मियां ताण के सुते पे हैं। अकाल तख्त साहब के जथेदार सिंह साहब ज्ञानी गुरबचन सिंह ने यह कहा कि यह बहुत गंभीर मामला है, पर सवाल है इसनू अगवाई देने लई तां बहुत कुछ चाहिए। वो कदों होएगा और कौन करेगा। ये बयान भी आ गया कि वो मूर्तियां ना खरीदियां जान, ना लिया जान। पर पंजाब सरकार अगर कोई सिख धर्म के बुनियादी असूलों के विरोध विच अगर कोई चीज़ विकदी है कि उसकी जिम्मेवारी पंजाब सरकार की नहीं है कि इस बेअसूली और हुक्म अदूली नूं प्रफुल्लित करने लई असीं उस दे विच अपना योगदान नहीं पा रहे। अगर गुरु नानक साहब दीयां मूर्तियां आ गईयां, अगर गुरु गोबिंद सिंह साहब दीयां मूर्तियां प्रवान कर लिया गईयां तो फिर एक बहुत वड्डा शायद ऐसा हमला मुगलों वेले भी नहीं सी होया। उन्हां दा टंग होर सी। असीं वक्फे दे बाद अपनी ये विचार चर्चा आप नाल जारी रखांगे। तुसीं सानूं जरूर कॉल भी कर सकते हो स्टूडियो के दिते नंबरां दे उत्ते 7187865221 दे उत्ते। वक्फे दे बाद असीं मुड़ हाज़र हुंदे हां। जस पंजाबी दे सूझवान दर्शकों का वक्फे दे बाद निघा स्वागत है। सो असीं आप नाल इस गंभीर विषय नूं लिया है कि एक बुनियादी असूल सी निराकार अकाल पुरख, उन्हां दे स्वरूप की गल करदिआं होइआं गुरु साहब ने मूर्ति पूजा का पूरी तरह खंडन किया। अकाल पुरख नूं बन्निया नहीं जा सकता, उहनूं किसी स्वरूप दे विच नहीं लियाया जा सकता और ये संकल्प बिल्कुल उन्होंने पूरी तरह
ਕਲਮਬੱਧ ਕੀਤਾ, ਸਿੱਕੇਬੰਦ ਕੀਤਾ। ਦਰਅਸਲ ਇੱਕ ਲਫ਼ਜ਼ ਹੁੰਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਵੈਜ ਪੋਲੀਟਿਕਸ। ਜੇਕਰ ਜਦੋਂ ਤੂਫਾਨ ਆਏ ਤਾਂ ਮਕਾਨਾਂ ਦੇ ਵਿੱਚ, ਘਰਾਂ ਦੇ ਵਿੱਚ ਅਗਰ ਥੋੜ੍ਹੀ ਜਿਹੀ ਵੀ ਚੀਤ ਹੋਏ, ਅਗਰ ਉਸ ਨੂੰ ਪਲੱਗ ਨਾ ਕੀਤਾ ਜਾਏ ਤਾਂ ਕਈ ਵਾਰੀ ਪੂਰੇ ਮਕਾਨ ਨੂੰ ਹੀ ਉਡਾ ਦਿੰਦੀ ਹੈ। ਇਸ ਚੀਤ ਨੂੰ ਛੋਟੀ ਨਾ ਸਮਝਿਆ ਜਾਏ। ਅਗਰ ਗੁਰੂ ਸਾਹਿਬਾਨ ਦੀਆਂ ਉਹ ਮੂਰਤੀਆਂ, ਅਗਰ ਗੁਰੂ ਸਾਹਿਬ ਦੇ ਉਹ ਬੁੱਤ ਅਗਰ ਪ੍ਰਵਾਨ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਜਿਹੜਾ ਉਹ ਸਾਰੇ ਦਾ ਸਾਰਾ ਇੱਕ ਐਸਾ ਪੁੱਠਾ ਗੇੜਾ ਹੋਏਗਾ ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਸੋ ਇਸ ਦੇ ਉੱਤੇ ਅਸੀਂ ਹੋਰ ਵੀ ਗੱਲ ਕਰਾਂਗੇ, ਪਰ ਨਾਲ ਹੀ ਤੁਸੀਂ ਆਪਣੇ ਸਾਨੂੰ ਵਿਚਾਰ ਦੇ ਸਕਦੇ ਹੋ, ਕਿਉਂਕਿ ਮਾਮਲਾ ਬਹੁਤ ਹੀ ਸੰਗੀਨ ਹੈ। ਹਾਲਾਂ ਸਾਡੀ ਪੰਥਕ ਜਥੇਬੰਦੀਆਂ ਨੇ ਇਸ ਦੇ ਬਾਰੇ ਹਾਲੇ ਤੱਕ ਕੋਈ ਗੱਲ ਨਹੀਂ ਕੀਤੀ। ਹਾਂ, ਅਕਾਲ ਤਖਤ ਸਾਹਿਬ ਤੋਂ ਇੱਕ ਸਰਸਰੀ ਤੌਰ ਦੇ ਉੱਤੇ ਇਸ ਦੇ ਬਾਰੇ ਕਿਹਾ ਗਿਆ ਕਿ ਇਹ ਚੀਜ਼ ਸਹੀ ਨਹੀਂ ਹੈ, ਗਲਤ ਹੈ, ਪਰ ਗੰਭੀਰਤਾ ਨੂੰ ਨਾਲ ਇਸ ਦੇ ਉੱਤੇ ਅਜੇ ਕੁਝ ਕਾਰਵਾਈ ਨਹੀਂ ਹੋਈ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲ ਰਹੇ? ਜੀ ਸਿੰਘ ਹੋ ਰਹੇ ਜੀ, ਇੱਥੋਂ ਟਰਲ ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ ਸਿੰਘ ਸਾਹਿਬ ਜੀ। ਹਾਂਜੀ, ਇਹ ਮਸਲਾ ਜੀ ਜਿਹੜਾ ਵਾਕਿਆ ਬਹੁਤ ਹੀ ਜ਼ਿਆਦਾ ਸਿੱਖ ਪੰਥ ਲਈ ਗੰਭੀਰ ਮਸਲਾ ਹੈ ਜੀ। ਤੋ ਇਸ ਚੀਜ਼ ਦਾ ਮੇਰੇ ਆਈਡੀਏ ਦੇ ਮੁਤਾਬਕ ਤੇ ਸਾਨੂੰ ਜਿਹੜਾ ਕੁਇਕ ਐਕਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਾਡੇ ਜਿੰਨੇ ਵੀ ਪ੍ਰਚਾਰਕ ਨੇ, ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਦੁਨੀਆ ਵਿੱਚ ਜਿੱਥੇ ਵੀ ਬੈਠੇ ਨੇ ਜੀ ਜੀ, ਉਹ ਇਸ ਦਾ ਪ੍ਰਚਾਰ ਕੱਢ ਕੇ ਪ੍ਰਚਾਰ ਕਰਨ ਤਾਂ ਕਿ ਸਿੱਖ ਜਿਹੜੀ ਆ ਸੰਗਤਾਂ ਪ੍ਰੀਖਿਆ ਵਿੱਚ ਪੈ ਜਾਂਦੀਆਂ ਨੇ ਉਹ ਇਸ ਗੱਲ ਤੋਂ ਸੁਚੇਤ ਹੋਣ ਜੀ। ਤੇ ਦੂਸਰੀ ਗੱਲ ਦੇਖੋ ਕਿੰਨੀ ਅਸੀਂ ਭੁਲੇਖਿਆਂ ਵਿੱਚ ਪਏ ਹੋਏ ਹਾਂ। ਭਗਤ ਰਵਿਦਾਸ ਜੀ ਦੀ ਕਿੰਨੀ ਪਿਆਰੀ ਬਾਣੀ, ਕਿੰਨੀ ਮਿੱਠੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਤੇ ਭਗਤ ਜੀ ਸਾਰੀ ਜ਼ਿੰਦਗੀ ਮੂਰਤੀ ਪੂਜਕ ਲੋਕਾਂ ਦੇ ਨਾਲ ਉਹ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਲੱਗੇ ਰਹੇ ਕਿ ਮੂਰਤੀ ਪੂਜਾ ਜਿਹੜੀ ਗਲਤ ਹੈ। ਜੀ ਜੀ ਜੀ। ਅਸੀਂ ਅੱਜ ਭਗਤ ਰਵਿਦਾਸ ਜੀ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਨ ਲੱਗ ਪਏ। ਦੇਖੋ ਅਸੀਂ ਉਹਨਾਂ ਲੋਕਾਂ ਨਾਲ ਖੜੇ ਹਾਂ ਜਿਹੜੇ ਭਗਤ ਰਵਿਦਾਸ ਜੀ ਦੇ ਅਗੇਂਸਟ ਸਨ, ਉਹਨਾਂ ਦੇ ਵਿਰੁੱਧ ਖੜੇ ਸਨ। ਅਸੀਂ ਉਹਨਾਂ ਦੇ ਨਾਲ ਜਾ ਕੇ ਖੜੇ ਹੋ ਗਏ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਹ ਬਹੁਤ ਹੀ ਚਿੰਤਾ ਦੀ ਵਿਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਵੀ ਅਗਰ ਮੂਰਤੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਾਲ ਅਸੀਂ ਅਗਰ ਉਹਨਾਂ ਦੀ ਬਾਣੀ ਵੀ ਪੜ੍ਹੀ ਜਾਈਏ, ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਿੰਦਾਇਓ, है जी, या पाहन को पाहन हम कह हैं ताते लोग मने कर रहे हैं, तो नाल ही उन्हां दियां मूर्तियां बना के कीतियां जाण। ये तो एक बहुत वड्डी द्वंदात्मक एक अवस्था है, पर जापदा है असी बहुत डूंगी नींदर सौ गए हैं। दूसरी गल ये है जी कि साडी जिहड़ी श्रोमणी कमेटी या संस्थावां ने कई बार इस गल ते विचार आउंदी है कि दूसरे ऐसे विषय ने ਜਿਹਦੇ ਵਿੱਚ ਸਾਨੂੰ ਗਿਰਾਵਟ ਵੱਲ ਲਿਜਾ ਰਹੇ ਨੇ, ਜਿਵੇਂ ਕਿ ਲੜਕੀਆਂ ਨੂੰ ਮਾਰਨ ਦਾ ਮਸਲਾ, ਦਾਜ ਦਹੇਜ ਦਾ ਮਸਲਾ ਜੀ, ਹੋਰ ਸਮਾਜਿਕ ਸੁਧਾਰ ਦੇ ਕਿੰਨੇ ਐਸੇ ਮਸਲੇ ਨੇ। ਕਦੇ ਵੀ ਅਸੀਂ ਸਟੇਜਾਂ ਤੋਂ ਕਿਸੇ ਪ੍ਰਚਾਰਕ ਤੋਂ ਇਹਨਾਂ ਮਸਲਿਆਂ ਦੇ ਬਾਰੇ ਕੋਈ ਕਦੇ ਗੱਲ ਹੀ ਨਹੀਂ ਸੁਣੀ ਕਿ ਗੁਰੂ ਸਾਹਿਬ ਨੇ ਕਿੰਨਾ ਪ੍ਰਚਾਰ ਕੀਤਾ ਸਮਾਜ ਸੁਧਾਰ, ਲੋਕਾਂ ਨੂੰ ਇੱਕ ਜ਼ਿੰਦਗੀ ਦੀ ਨਵੀਂ ਸੇਧ ਦੇਣ ਲਈ ਗੁਰੂ ਸਾਹਿਬ ਇਸ ਸੰਸਾਰ ਵਿੱਚ ਆਏ। ਲੇਕਿਨ ਅਸੀਂ ਉਸ ਪ੍ਰਚਾਰ ਨੂੰ ਬਿਲਕੁਲ ਬੰਦ ਕੀਤਾ ਹੋਇਆ ਹੈ। ਜੀ ਜੀ, ਬਿਲਕੁਲ ਸਹੀ ਹੈ। ਅਸੀਂ ਗੁਰੂ ਸਾਹਿਬ ਨੇ ਦੇ ਪ੍ਰਚਾਰ ਨੂੰ ਅਸੀਂ ਇਸ ਢੰਗ ਨਾਲ ਕਰ ਰਹੇ ਹਾਂ ਕਿ ਗੁਰੂ ਸਾਹਿਬ ਇੱਕ ਕਰਾਮਾਤ ਬਾਬੇ ਸਨ, ਜੋ ਉਹ ਕਰ ਗਏ ਉਹ ਕਰ ਗਏ, ਹੁਣ ਅਸੀਂ ਕੁਝ ਨਹੀਂ ਕਰ ਸਕਦੇ ਜੀ। ਸੋ ਇਸ ਕਰਕੇ ਜ਼ਰੂਰਤ ਹੈ ਕਿ ਜਿਹੜਾ ਇੱਕ ਸੰਕਲਪ ਸੀ ਨਿਰੰਕਾਰ ਦੇ ਉਪਾਸ਼ਨਾ ਦਾ, ਤੇ ਉਹਨਾਂ ਦੀ ਮੂਰਤੀ ਨਹੀਂ ਬਣ ਸਕਦੀ, ਪਰ ਇਸ ਨੂੰ ਲਾਗੂ ਕਰਵਾਉਣ ਲਈ ਸ਼ਾਇਦ ਕੌਮ ਅਗਰ ਇਸ ਦੇ ਉੱਤੇ ਵਿਚਾਰ ਕਰੇ ਔਰ ਇਸ ਤੇ ਹੋਣਾ ਚਾਹੀਦਾ, ਨਹੀਂ ਤਾਂ ਫਿਰ ਇਹ ਪਤਾ ਨਹੀਂ ਇਸ ਦਾ ਕੀ ਹਸ਼ਰ ਕੀ ਹੋਏਗਾ, ਕੁਝ ਕਿਹਾ ਨਹੀਂ ਜਾ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ ਜੀ। ਸਿੰਘ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜੀ ਕਿ ਸਿੰਘ ਸਾਹਿਬ ਵੀ ਅਕਾਲ ਤਖਤ ਸਾਹਿਬ ਵੀ ਹੁਕਮਨਾਮਾ ਜਾਰੀ ਕਰਨ, ਹਰ ਪ੍ਰਚਾਰਕ ਤੇ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਐਲਾਨ ਕਰਨ ਕਿ ਉਸਦਾ ਬੜਾ ਅਸਰ ਹੋਵੇਗਾ ਕਿ ਉਹ ਮੂਰਤੀ ਪੂਜਾ ਦੇ ਵਿਰੁੱਧ ਡਟ ਕੇ ਪ੍ਰਚਾਰ ਕਰਨ ਤਾਂ ਕਿ ਸੰਗਤਾਂ ਸੁਚੇਤ ਹੋਣੇ। ਸੋ ਜਿੱਥੇ ਜਿੱਥੇ ਵੀ ਖਾਲਸਾ ਜੀ ਹੈ, ਜਿੱਥੇ ਜਿੱਥੇ ਸਿੱਖ ਬੈਠਾ ਹੈ, ਜਿੱਥੇ ਗੁਰੂ ਨਾਨਕ ਨਾਮ ਲੇਵੈ, ਭਾਵੇਂ ਉਹ ਕੋਈ ਵੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੇ ਉਹਨਾਂ ਅਸੂਲਾਂ ਦੇ ਉੱਤੇ ਅਗਰ ਸ਼ਰਧਾ ਰੱਖਦਾ ਹੈ, ਉਸ ਨੂੰ ਹੋ ਰਹੀ ਇਸ ਅਵਗਿਆ ਦਾ ਜ਼ਰੂਰ ਨੋਟਿਸ ਲੈਣਾ ਚਾਹੀਦਾ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਮਸਲਾ ਜੀ ਜਿਹੜਾ ਵਾਕਿਆ ਬਹੁਤ ਹੀ ਜ਼ਿਆਦਾ ਸਿੱਖ ਪੰਥ ਲਈ ਗੰਭੀਰ ਮਸਲਾ ਹੈ। ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲ? ਹਾਂਜੀ, ਇਹ
ਹੈਲੋ, ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਸੋ ਜਿਹੜੇ ਵੀ ਦਰਸ਼ਕ ਗੱਲ ਕਰਨਾ ਚਾਹੁੰਦੇ ਟੀਵੀ ਦੀ ਆਵਾਜ਼ ਜ਼ਰੂਰ ਬੰਦ ਕਰਕੇ ਗੱਲ ਕਰਨ ਤਾਂ ਆਵਾਜ਼ ਤੁਹਾਡੀ ਆਏਗੀ ਜੀ। ਠੀਕ ਹੈ। ਦੱਸੋ ਜੀ, ਕੀ ਕਹਿਣਾ ਚਾਹੁੰਦੇ? ਕੌਣ ਬੋਲ ਰਹੇ ਹੋ? ਹਾਂਜੀ ਰਾਮ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੱਥੋਂ ਬੋਲ ਰਹੇ ਹੋ? ਮੈਂ ਲੀਡਰਸ਼ਿਪ ਤੋਂ ਬੋਲ ਰਿਹਾ ਜੀ। ਕੌਣ ਜੀ? ਰਘਵੀਰ ਸਿੰਘ ਬੋਲ ਰਿਹਾ ਜੀ। ਹਾਂਜੀ ਸਰ, ਰਘਵੀਰ ਸਿੰਘ ਜੀ। ਲਾਮਾ ਜੀ, ਤੁਸੀਂ ਇਹ ਮੂਰਤੀ ਪੂਜਾ ਬਾਰੇ ਇਸ ਤਰ੍ਹਾਂ ਦੱਸ ਰਹੇ ਹੋ ਜੀ। ਇਹ ਤਾਂ ਗੁਰਬਾਣੀ ਵਿੱਚ ਵੀ ਲਿਖਿਆ ਕਿ ਮੂਰਤੀ ਪੂਜਾ ਬਿਲਕੁਲ ਹੀ ਮਨਾ ਹੈਗੀ ਹੈ ਜੀ। ਪਰ ਜੇ ਅਗਰ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਇਹ ਮੂਰਤੀਆਂ ਬਣਾ ਕੇ ਵੇਚ ਰਹੇ ਹਨ ਜਾਂ ਕਿਸ ਤਰ੍ਹਾਂ ਵੀ ਇਹ ਘਰ ਲੈ ਕੇ ਆਉਂਦੇ ਹਨ ਜੀ, ਤੇ ਸਾਨੂੰ ਗੁਰਸਿੱਖਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਮਨਾ ਕਰਨ ਦਾ, ਲੈਣ ਦੀ ਜ਼ਰੂਰਤ ਹੀ ਕੋਈ ਨਹੀਂ ਹੈ। ਬਸ ਉਹ ਤੁਹਾਨੂੰ ਗੱਲ ਇਹ ਹੁਣ ਮੇਰੇ ਕੋਲ ਹੁਣ ਕੋਈ ਜਵਾਬ ਨਹੀਂ ਹੈਗਾ। ਮੈਨੂੰ ਤੇ ਜਿਹੜਾ ਹੈਗਾ ਲੱਗ ਰਿਹਾ ਹੈ ਕਿ ਬਹੁਤ ਹੀ ਸਿਚੁਏਸ਼ਨ ਜਿਹੜੀ ਹੈ, ਹਾਲਾਤ ਕਾਫੀ ਇਤਨੇ ਹੈ ਕਿ ਜੇਕਰ ਕਿਸੇ ਸਿੱਖ ਨੂੰ ਕੋਈ ਮੂਰਤੀ ਬਣਾ ਕੇ ਦੇ ਜਾਏ ਤੇ ਉਹਦਾ ਕੀ ਕਰੇਗਾ? ਕਿੰਨੇ ਕੁ ਹੋਣਗੇ ਜਿਹੜੇ ਉਸ ਨੂੰ ਸੁੱਟ ਦੇਣਗੇ ਜਾਂ ਉਸ ਨੂੰ ਡਿਸਟਰੋਏ ਕਰ ਦੇਣਗੇ? ਪਰ ਜੇਕਰ ਪਹਿਲੀ ਗੱਲ ਤਾਂ ਹੈ ਕਿ ਜੀ ਅਸੀਂ ਮੂਰਤੀ ਪੂਜਾ ਨੂੰ ਸਮਝਦੇ ਨਹੀਂ ਕੁਝ ਜੀ, ਚਾਹੇ ਉਹ ਕਿਸੇ ਦੀ ਮੂਰਤੀ ਹੋ ਚੁੱਕੇ ਬਾਹਰ ਸੁੱਟੋ। ਨਹੀਂ, ਚਲੋ ਮੈਂ ਇਹ ਨਹੀਂ ਕਹਿੰਦਾ, ਪਰ ਸਵਾਲ ਹੈ ਕਿ ਆਏ ਕਿਉਂ? ਇਹ ਆਣਾ ਹੀ ਇਹ ਚੀਜ਼ ਔਰ ਇਹਦਾ ਪ੍ਰਚਾਰ ਪ੍ਰਸਾਰ ਬਿਲਕੁਲ ਉਸੇ ਤਰੀਕੇ ਨਾਲ ਹੈ ਜਿਸ ਤਰ੍ਹਾਂ ਮਹਾਤਮਾ ਬੁੱਧ ਦੀਆਂ ਮੂਰਤੀਆਂ, ਉਹਨਾਂ ਦੇ ਜਾਣ ਤੋਂ 500 ਸਾਲ ਬਾਅਦ ਵੀ ਮਹਾਤਮਾ ਬੁੱਧ ਦੀ ਕੋਈ ਮੂਰਤੀ ਨਹੀਂ ਸੀ ਬਣੀ। ਕੇਵਲ ਬਾਅਦ ਵਿੱਚ 500 ਸਾਲ ਬਾਅਦ ਵੀ ਮਹਾਤਮਾ ਬੁੱਧ ਦੇ ਪੈਰਾਂ ਦੇ ਚਿੰਨ੍ਹ ਬਣਾਏ ਗਏ ਸੀ, ਪਰ ਬਾਅਦ ਵਿੱਚ ਉਹਨਾਂ ਦੀਆਂ ਹੀ ਸਭ ਤੋਂ ਜ਼ਿਆਦਾ ਮੂਰਤੀਆਂ ਬਣ ਗਈਆਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਅਦ ਵਿੱਚ ਜਦੋਂ ਉਹਨਾਂ ਨੇ ਬਣਾ ਕੇ ਵੇਚੀਆਂ ਹੈਗੀਆਂ ਜੀ, ਤੇ ਉਹ ਵੀ 500 ਸਾਲ ਤੋਂ ਬਾਅਦ ਜਾ ਕੇ ਬਣਾਈਆਂ ਨਾ। ਹਾਂਜੀ, ਸੋ ਹੋ ਗਏ ਨਾ ਜੀ, ਗੁਰੂ ਨਾਨਕ ਸਾਹਿਬ ਨੂੰ 500 ਸਾਲ ਹੋ ਗਏ। ਠੀਕ ਹੈ, ਅਗਰ ਉਹ ਹੁਣ ਵੀ ਬਣਾਉਂਦੇ ਹੈਗੇ ਜਿਹੜੇ ਮੂਰਤੀਆਂ ਇੱਥੇ ਬਣਾਉਂਦੇ ਹੈ ਜੀ, ਉਹਨਾਂ ਵਾਸਤੇ ਤਾਂ ਫਿਰ ਉਹ ਜਿਸ ਤਰ੍ਹਾਂ ਪਿੰਡਾਂ ਵਾਲੇ ਕੰਮ ਕੀਤਾ ਸੀ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਸੀ। ਠੀਕ ਹੈ। ਸੋ ਸਵਾਲ ਹੈ ਕਿ ਅਗਰ ਹੌਲੇ ਹੌਲੇ ਅਗਰ ਨਾ ਚੇਤਿਆ ਜਾਏ ਫਿਰ ਉਹੀ ਹਾਲ ਹੁੰਦਾ ਹੈ ਕਿ ਉਹ ਜਿਹੜੀ ਚੀਜ਼ ਹੈ ਪ੍ਰਵਾਨਗੀ ਦੀ ਹਾਲਤ 'ਚ ਆ ਜਾਂਦੀ ਹੈ ਤੇ ਮੁੱਢਲੇ ਅਸੂਲ ਨੂੰ ਜ਼ਬਰਦਸਤ ਖੋਰਾ ਲੱਗ ਜਾਂਦਾ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹੈਲੋ, ਤੁਸੀਂ ਲਾਈਨ ਤੇ ਹੋ? ਕੌਣ ਬੋਲ ਰਹੇ ਜੀ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੌਣ ਬੋਲ ਰਹੇ? ਹੈਲੋ, ਹਾਂਜੀ ਦੱਸੋ ਜੀ, ਤੁਸੀਂ ਲਾਈਨ ਤੇ ਹੋ? ਲਾਈਨ ਸ਼ਾਇਦ। ਹੈਲੋ 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 ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਸੁਰਿੰਦਰ ਸਿੰਘ ਚੌਹਾਨ ਬੋਲ ਰਿਹਾ ਜੀ, ਕਲੀਵਲੈਂਡ ਤੋਂ। ਹਾਂਜੀ ਡਾਕਟਰ ਸਾਹਿਬ ਜੀ, ਆਇਆ ਨਾ। ਮੈਂ ਇਹ ਆਪ ਜੀ ਨੇ ਬਹੁਤ ਹੀ ਅੱਛਾ ਅੱਜ ਜਾਣਕਾਰੀ ਲਈ ਇਹ ਮੁੱਦਾ ਲਿਆਂਦਾ ਹੈ ਜੀ। ਦੇਖੋ, ਗੁਰੂ ਨਾਨਕ ਦੇਵ ਜੀ ਦਾ ਕੱਚ ਜਿਹੜਾ ਉਹਨਾਂ ਦਾ ਵਾਹਿਗੁਰੂ ਨੂੰ ਯਾਦ ਕਰਨ ਦਾ ਲਫ਼ਜ਼ ਹੁੰਦਾ ਸੀ ਧੰਨ ਨਿਰੰਕਾਰ। ਜੀ ਜੀ। ਗੁਰੂ ਸਾਹਿਬ ਹਮੇਸ਼ਾ ਧੰਨ ਨਿਰੰਕਾਰ ਹੀ ਕਹਿੰਦੇ ਹੁੰਦੇ ਸੀ। ਜੀ ਜੀ। ਫਿਰ ਆਪਾਂ ਇਹ ਵੀ ਸੁਣਿਆ ਹੈ, ਪੜ੍ਹਿਆ ਹੈ ਕਿ ਹਰਿਮੰਦਰ ਸਾਹਿਬ ਤੇ ਜਦੋਂ ਮੂਰਤੀਆਂ ਲਾਈਆਂ ਸਾਰੀਆਂ ਉਠਾਈਆਂ ਗਈਆਂ। ਜੀ 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 ਜੀ। ਫਿਰ ਜਿੱਥੇ ਵੀ ਕੋਈ ਇੰਪੋਰਟੈਂਟ ਹਿਸਟੋਰੀਕਲ ਗੁਰਦੁਆਰਾ ਜਿਹੜਾ ਵੀ ਹੈ ਜੀ, ਉੱਥੇ ਹਮੇਸ਼ਾ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਹਾਂਜੀ। ਉੱਥੇ ਉਹਨਾਂ ਦੀ ਫੋਟੋ ਨਹੀਂ ਹੁੰਦੀ, ਨਾ ਉੱਥੇ ਕੋਈ ਉਹਦਾ ਚਿੰਨ੍ਹ ਹੁੰਦਾ ਜੀ। ਓਨਲੀ ਸ਼ਬਦ। ਜੀ। ਸੋ ਇਸ ਕਰਕੇ ਮੇਰਾ ਖਿਆਲ ਆਪਣੇ ਜਿਹੜੇ ਭੋਲੇ ਭਾਲੇ ਸਿੱਖ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਅਜੇ ਤੱਕ ਸ਼ਬਦ ਦੀ ਸਮਝ ਨਹੀਂ ਪਈ, ਜੀ, ਉਹ ਆਪਣੀ ਇਹ ਦੁਨੀਆ ਬਹੁਤ ਮੂਰਖਤਾਈ ਤੇ ਗਲਤ ਕੰਮ ਕਰਦੇ ਆ। ਜੀ ਜੀ। ਇਸ ਨੂੰ ਪ੍ਰਚਾਰ ਦੀ ਲੋੜ ਹੈ ਆਪਣੇ ਸ਼ਬਦ ਦੇ, ਤੇ ਵਾਹਿਗੁਰੂ ਜਿਹੜਾ ਕਿ ਨਿਰੰਕਾਰ ਹੈ ਉਹਦੀ ਪੂਜਾ ਹੋਣੀ ਚਾਹੀਦੀ। ਜੀ ਜੀ। ਨਾ ਕਿ ਮੂਰਤੀ ਦੀ, ਨਾ ਕਿ ਜੀ, ਸਾਰਾ ਗੁਰੂ ਸਾਹਿਬ ਨੇ ਆਪ ਜੀ ਸਵਈਆਂ ਵਿੱਚ ਜੀ ਕਿਹਾ। ਜੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਨੌਲੇਜ ਲਿਆਂਦਾ ਹੈ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਹੁਣ ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਅਸੀਂ ਉਸ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ ਔਰ ਇਹ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ, ਕਿਉਂਕਿ ਇਹ ਇੱਕ ਮੁੱਢਲੇ ਅਸੂਲ ਦੇ ਉੱਤੇ, ਗੁਰੂ ਸਾਹਿਬ ਦੇ ਉਸ ਸਿਧਾਂਤ ਦੇ ਉੱਤੇ ਇੱਕ ਹਮਲਾ ਹੈ ਔਰ ਇਹ ਕਿੱਥੋਂ ਸ਼ੁਰੂ ਹੋਇਆ ਹੈ, ਕਿਸ ਤਰ੍ਹਾਂ ਹੋਇਆ ਹੈ। ਪਰ ਸਵਾਲ ਇਹ ਹੈ ਕਿ ਅਗਰ ਕਿਸੇ ਧਰਮ ਦੇ ਖਿਲਾਫ ਅਗਰ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ 'ਚ ਸਰਕਾਰ ਦਾ ਵੀ ਫਰਜ਼ ਹੈ, ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਸੋ ਇਹ ਪੰਜਾਬ ਸਰਕਾਰ ਦੀ ਵੀ ਉਚੇਚੇ ਤੌਰ ਦੇ ਉੱਤੇ ਜ਼ਿੰਮੇਵਾਰੀ ਬਣਦੀ ਹੈ, ਪਰ ਉਹ ਤਾਂ ਹੋਏਗੀ ਜੇਕਰ ਕੌਮ ਇਸ ਦੇ ਲਈ ਪਹਿਲਾਂ ਚੇਤੰਨ ਹੋਏਗੀ।
ਸੋ ਇੱਕ ਬ੍ਰੇਕ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਅਸੀਂ ਦੇਖਦੇ ਹਾਂ, ਇਸਲਾਮ ਨੇ ਅਗਰ ਇਹ ਅਸੂਲ ਦੇ ਦਿੱਤਾ ਕਿ ਕੋਈ ਮੂਰਤ ਨਹੀਂ ਬਣ ਸਕਦੀ, ਕਿਸੇ ਦੀ ਹਿੰਮਤ ਨਹੀਂ ਕਿ ਮੁਹੰਮਦ ਸਾਹਿਬ ਦਾ ਕੋਈ ਸਕੈਚ ਵੀ ਬਣਾ ਦੇਵੇ, ਔਰ ਜੇ ਕਿਧਰੇ ਕੋਈ ਉਸ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਦਾ ਤੁਰੰਤ ਨੋਟਿਸ ਵੀ ਲਿਆ ਜਾਂਦਾ ਹੈ। ਪਰ ਇਸ ਗੁਰਮਤ ਦੇ ਸਿਧਾਂਤ ਦੀ ਔਰ ਸਿੱਖੀ ਦੇ ਕੇਂਦਰ ਵਿੱਚ ਹੀ ਔਰ ਸਿੱਖ ਘਰਾਂ ਦੇ ਵਿੱਚ ਹੀ, ਸਿੱਖ ਘਰ ਦੇ ਵਿੱਚ ਹੀ ਅਗਰ ਇਹ ਹਾਲਤ ਹੈ ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਹੈ ਅਸੀਂ ਹੁਣ ਡੂੰਘੀ ਨੀਂਦਰ ਸੌਂ ਗਏ ਹਾਂ। ਹਰ ਸਿੱਖ ਦਾ, ਹਰ ਜਥੇਬੰਦੀ ਦਾ, ਖਾਸ ਕਰਕੇ ਆਪਣੇ ਆਪ ਨੂੰ ਖਾਲਸੇ ਦੇ ਨਿਆਰੇਪਨ ਦੀਆਂ ਅਲੰਬਰਦਾਰ ਕਹਾਉਂਦੀਆਂ ਜਥੇਬੰਦੀਆਂ ਦਾ, ਹਰ ਗੁਰਦੁਆਰਾ ਸਾਹਿਬ ਦਾ ਇਹ ਫਰਜ਼ ਹੈ ਕਿ ਉਹ ਇਸ ਦਾ ਗੰਭੀਰ ਨੋਟਿਸ ਲੈਣ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਪੰਥਕ ਤੌਰ 'ਤੇ ਔਰ ਆਪਣੇ ਪੱਧਰ ਦੇ ਉੱਤੇ ਵੀ ਇਸ ਨੂੰ ਦੇਖਣ ਕਿ ਇਸ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ। ਔਰ ਇਹ ਵੀ ਦੇਖਣ ਦੀ ਲੋੜ ਹੈ ਕਿਧਰੇ ਇਹ ਬਿਮਾਰੀ ਇੱਥੇ ਵੀ ਤਾਂ ਨਹੀਂ ਘਰ ਕਰ ਰਹੀ। ਸੋ ਆਪ ਦੀਆਂ ਕਾਲਸ ਅਸੀਂ ਲਵਾਂਗੇ। ਹੈਲੋ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਸ਼ਿੰਦਾ ਜੀ। ਹਾਂਜੀ ਅੰਕਲ ਜੀ, ਦੇਖੋ ਮੂਰਤੀਆਂ ਦੀ ਵੀ ਫੋਟੋਆਂ ਤੇ ਮੂਰਤੀਆਂ ਸੇਵੇਂ ਹੁੰਦੀਆਂ ਨਾ ਜੀ। ਉਹ ਅਸੀਂ ਫਿਰ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ। ਉਹ ਵੱਖਰਾ ਵਿਸ਼ਾ ਹੈ, ਕਿਉਂਕਿ ਰਹਿਤ ਮਰਿਆਦਾ ਦੇ ਵਿੱਚ ਮੈਂ ਦੱਸ ਦਿਆਂ, ਉਹਦੇ 'ਚ ਇੱਕ ਲਾਈਨ ਹੈ, ਬਾਕੀ ਉਹਦੇ 'ਤੇ ਵਿਸਤਾਰ ਵਿੱਚ ਨਹੀਂ ਜਾਵਾਂਗੇ। ਮੂਰਤੀ ਬਣਾਉਣੀ ਮਨਾ ਹੈ, ਮਗਰ ਫੋਟੋ ਨੂੰ ਮੱਥੇ ਟੇਕਣਾ ਮਨਾ ਹੈ। ਫੋਟੋ ਨੂੰ ਮਨਾ ਨਹੀਂ ਕੀਤਾ ਗਿਆ। ਉਹ ਗੁਰੂ ਸਾਹਿਬ ਦੇ ਵੇਲੇ ਦੀਆਂ ਤਸਵੀਰਾਂ ਔਰ ਉਹ ਹੈਗੀਆਂ ਸੀ, ਉਹਦੇ 'ਤੇ ਅਸੀਂ ਗੱਲ, ਉਹ ਵੱਖਰਾ ਸਬਜੈਕਟ ਹੈ। ਤੁਸੀਂ ਇਹਦੇ ਬਾਰੇ, ਮੂਰਤੀਆਂ ਬਾਰੇ ਸਪਸ਼ਟ ਹੈ ਕਿ ਨਹੀਂ ਬਣ ਸਕਦੀ, ਇਹਦੇ ਬਾਰੇ ਆਪ ਦੇ ਕੀ ਵਿਚਾਰ ਹੈ? ਹਾਂਜੀ, ਨਹੀਂ ਠੀਕ ਨਹੀਂ ਜੀ। ਮੂਰਤੀ ਦਾ ਆਪਣੇ ਜੋ ਸਾਡੇ ਗੁਰੂਆਂ ਨੇ ਗ੍ਰੰਥ ਸਾਹਿਬ 'ਚ ਲਿਖੇ ਹੋਆ ਉਹੀ ਸਾਨੂੰ ਕਰਨਾ ਚਾਹੀਦਾ ਵੀ ਹੁਣ ਅਸੀਂ ਮੂਰਤੀਆਂ ਨੂੰ ਵੀ ਮੱਥਾ ਦੇਣ ਜ਼ਿਆਦਾ ਗ੍ਰੰਥ ਸਾਹਿਬ ਨੂੰ ਮੱਥਾ ਦੇਣ ਘੱਟ। ਠੀਕ ਹੈ, ਠੀਕ ਹੈ ਜੀ, ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਜਿੱਦਾਂ ਹੁਣ ਆਪਣੇ ਗੁਰਦੁਆਰਾ ਵੀ ਤੁਸੀਂ ਜਾਣਦੇ ਹੋ, ਦੇਖ ਲਓ ਜਿਹੜੇ ਸਿੱਧੇ ਬੰਨ੍ਹਣ ਵਾਲੇ ਆਪਣੇ ਕੱਪੜੇ ਹੁੰਦੇ ਆ, ਉਹਨਾਂ ਤੇ ਵੀ ਜਾਂ ਦੀਵਾਨੀ ਲਿਖੀ ਹੁੰਦੀ, ਜਾਂ ਬੰਦੇ ਪਾਏ ਹੁੰਦੇ ਆ, ਉਹ ਦੇਖੋ ਲੋਕੀ ਐਸੇ ਸਿੱਧੇ ਲੜ ਜਾਂਦੇ ਨੇ, ਕਦਰ ਕੋਈ ਨਹੀਂ ਕਰਦਾ। ਉਹ ਵੀ ਬੰਦ ਕਰਨੇ ਚਾਹੀਦੇ ਆ। ਠੀਕ ਹੈ, ਠੀਕ ਹੈ ਜੀ, ਕੋਈ ਦਿਖਣਾ ਨਹੀਂ ਚਾਹੀਦਾ ਉੱਪਰ, ਚਾਹੀਦਾ ਜਿੱਦਾਂ ਨਾਰਮਲ ਚਾਹੀਦੇ ਆ ਹੋਣੇ ਚਾਹੀਦੇ ਆ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ। ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਬਲਵੀਰ ਸਿੰਘ ਬੋਲ ਰਿਹਾ। ਹਾਂਜੀ, ਕਿੱਥੋਂ ਵੀਰ ਜੀ? ਹਾਂਜੀ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਬਲਵੀਰ ਸਿੰਘ ਬੋਲਦਾ ਜੀ, ਨਹੀਂ ਅਸੀਂ ਤੋਂ। ਹਾਂਜੀ ਵੀਰ ਜੀ। ਕਿਉਂਕਿ ਜਦੋਂ ਸਿਰ ਤੋਂ ਪਾਣੀ ਲੰਘ ਜਾਏ ਨਾ, ਫੇਰ ਹੀ ਸਾਨੂੰ ਯਾਦ ਆਉਂਦਾ ਇਹ ਬਹੁਤ ਕਿੰਨੇ ਜਥੇਦਾਰ ਸਾਹਿਬ ਆਏ ਆ। ਕਿਉਂਕਿ ਅੱਜ ਇੱਥੇ ਤਾਂ ਅਸੀਂ ਕਦੋਂ ਦੀਆਂ ਮੂਰਤੀਆਂ ਬਣ ਚੁੱਕੀਆਂ, ਕਦੋਂ ਦਾ ਇਹ ਸਿਲਸਿਲਾ ਚੱਲ ਰਿਹਾ। ਕਿਉਂਕਿ ਹੁਣ ਇੰਨਾ ਕੁ ਜਿਹੜਾ ਪ੍ਰਬੰਧਕ ਕਮੇਟੀਆਂ ਦਾ ਬੋਲਬਾਲਾ ਹੋ ਗਿਆ। ਸਾਡੇ ਜਿਹੜੇ ਪ੍ਰਬੰਧਕ, ਸਾਡੇ ਜਿਹੜੇ ਪ੍ਰਚਾਰਕ, ਸਾਡੇ ਗ੍ਰੰਥੀ ਸਾਹਿਬ ਆ, ਉਹ ਸਭ ਬਹੁਤ ਗਿਣਤੀ ਵਿੱਚ, ਬਹੁਤ ਥੋੜੇ ਜਿਹੜੇ ਹੈਗੇ ਸਾਈਡ ਤੇ ਚੱਲਦੇ, ਬਹੁਤ ਗਿਣਤੀ ਵਿੱਚ ਵਿਕੇ ਹੋਏ ਹਨ ਜੀ। ਉਹ ਤੁਹਾਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਸਟੇਜ ਤੋਂ ਕੋਈ ਗੱਲ ਨਹੀਂ ਕਰਨ ਦੇਵੇਗਾ। ਆਪਾਂ ਸਾਨੂੰ ਇਹ ਦੇਖਦੇ ਹਾਂ ਜੀ। ਇਹ ਬਹੁਤ ਸਖਤੀ ਨਾਲ ਜਥੇਦਾਰ ਸਾਹਿਬ ਇੱਕ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਨ, ਜਿਸ ਤਰ੍ਹਾਂ ਭਾਈ ਤੁਹਾਨੂੰ ਦੱਸਿਆ, ਤਾਂ ਜਾ ਕੇ ਕਿਤੇ ਜਲ ਪੈ ਸਕਦੀ ਨੇ। ਕਿਉਂਕਿ ਨਹੀਂ ਤਾਂ ਅੱਜ ਕੱਲ੍ਹ ਇਤਨਾ ਬੁਰਾ ਹਾਲ ਆ, ਤੁਹਾਨੂੰ ਤੇ ਖੰਘ ਨਹੀਂ ਦਿੰਦਾ। ਕਿਉਂਕਿ ਤੁਸੀਂ ਕਹਿੰਦੇ ਜਥੇਬੰਦੀ ਤਾਂ ਆਪ ਕਰਾਉਂਦੀਆਂ, ਆਪਣੇ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਾਹਿਬ ਦੇ ਕੋਲ ਇੰਨੀ ਯੁੱਤ ਨਹੀਂ ਹੁੰਦੀ ਕਿ ਉਹ ਗੁਰਦੁਆਰੇ ਦੇ ਵਿੱਚੋਂ ਕੋਈ ਮੂਰਤੀ ਜਗਾਵੇ ਜਾਂ ਕੁਛ ਹੋਰ ਆਪਣੇ ਕਰੇ। ਮੈਂ ਕਿੰਨੀ ਵਾਰ ਅਨਾਉਂਸਮੈਂਟ ਵੀ ਕੀਤਾ ਆਪਣੇ ਗੁਰਦੁਆਰੇ 'ਚ, ਕਈ ਵਾਰ ਤੇ ਧਾਗੇ ਜਿਹੜੇ ਆਪਣੇ ਪਾਲਕੀ ਸਾਹਿਬ ਨੂੰ ਬੰਨੇ ਹੁੰਦੇ ਆ। ਮੈਂ ਕਿਹਾ ਵੀ ਇਹਦਾ ਮਤਲਬ ਕੀ ਹੈ? ਇੱਥੋਂ ਤਾਂ ਗੱਲ ਸ਼ੁਰੂ ਹੋਈ ਸੀ, ਉਹਨਾਂ ਵਿੱਚ ਇੰਨੀ ਯੁੱਤ ਨਹੀਂ ਸੀ। ਮੈਂ ਇਹ ਆਪਣੇ ਇਹਨਾਂ ਤੋਂ ਲਹਾ ਦਿਆਂ ਜਾਂ ਕੋਈ ਇਹਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਠੀਕ ਹੈ, ਅਸੀਂ ਇੰਨੇ ਕੁ ਸੁੱਤੇ ਪਏ ਆ, ਸਾਡੇ 'ਚ ਨਾ ਕੋਈ ਯੁੱਤ ਆ, ਨਾ ਕੋਈ ਸੰਗਤ ਦੇ ਵਿੱਚ ਉੱਠ ਕੇ ਇੰਨੀ ਬਹੁਤ ਘੰਟੀ ਯੁੱਤ ਆ, ਫਿਰ ਉਹਦੇ ਬੰਦੇ ਸਪੋਰਟ ਕਰੋ। ਕਿਉਂਕਿ ਪ੍ਰਬੰਧਕ ਕਮੇਟੀਆਂ ਇੰਨੀਆਂ ਕੁ ਗਿਰ ਚੁੱਕੀਆਂ ਹੈਗੀਆਂ, ਕਿਉਂਕਿ ਉਹਨਾਂ ਵਿੱਚ ਪਹਿਲੀ ਗੱਲ ਤਾਂ ਸਿੱਖੀ ਵਾਲੀ ਗੱਲ ਹੈ ਨਹੀਂ। ਬਹੁਤ 1-2% ਜਿਸ ਤਰ੍ਹਾਂ ਭਾਈ ਤੁਹਾਨੂੰ ਦੱਸਿਆ ਹੈਗਾ, 1-2% ਬੰਦੇ ਆ, ਉਹਨਾਂ ਦੀ ਕੋਈ ਸੁਣਦਾ ਨਹੀਂਗਾ। ਤੇ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਨੂੰ ਜਿਹੜੇ ਪ੍ਰਬੰਧਕ ਕਮੇਟੀਆਂ, ਉਹਨਾਂ ਦਾ ਸੁਧਾਰ ਹੋਣਾ ਚਾਹੀਦਾ। ਉਸ ਤੋਂ ਬਾਅਦ ਚੰਗੇ ਜਿਹੜੇ ਸਹੀ ਸੂਲਾਂ ਤੇ ਗੁਰਮਤ ਦੇ ਪ੍ਰਚਾਰ ਕਰਦੇ ਆ ਆਪਣੇ। ਬਹੁਤ ਆਪ ਦਾ ਮੈਸੇਜ ਬਹੁਤ ਕਲੀਅਰ ਹੈ ਔਰ ਸਪਸ਼ਟ ਹੈ। ਬਹੁਤ ਬਹੁਤ ਧੰਨਵਾਦ। ਸੋ ਸਾਡੀ ਬੇਨਤੀ ਹੈ, ਸੰਖੇਪ ਵਿੱਚ ਆਪਣੇ ਵਿਚਾਰ ਦਿਓ ਔਰ ਇਸ ਮੁੱਦੇ ਦੇ ਉੱਤੇ ਦਿਓ ਤਾਂ ਕਿ ਕੋਈ ਹੱਲ ਇਹਦਾ ਨਿਕਲ ਸਕੇ। ਹੈਲੋ। ਹੈਲੋ।
ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕੁਮਾਰ ਜੀ ਹਾਂਜੀ 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 ਰਾਜਕੁਮਾਰ ਜੀ ਜੀ ਆਇਆਂ ਨੂੰ ਮੈਨੂੰ ਮੁੱਦਾ ਬੜਾ ਚੰਗਾ ਲੱਗਾ। ਜੀ ਜਿਹੜਾ ਸਿੱਖ ਹੈ ਉਹ ਪੂਰਾ ਸਿੱਖੀ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਜੋ ਕੁਝ ਗੁਰੂ ਸਾਹਿਬਾਨ ਨੇ ਹੁਕਮ ਕੀਤੇ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ। ਜੀ ਜੀ ਜੇ ਕੋਈ ਇਸਲਾਮ ਨੂੰ ਮੰਨਦਾ ਤੇ ਉਹਨੂੰ ਇਸਲਾਮਿਕ ਜੀ ਰੀਤੀ ਰਿਵਾਜ ਜਾਂ ਅਸੂਲਾਂ ਦੇ ਮੁਤਾਬਕ ਜੀ 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 ਤੇ ਜੇ ਬਾਦਲ ਸਾਹਿਬ ਦੀ ਆਪਾਂ ਗੱਲ ਕਰੀਏ ਉਹ ਆਪਾਂ ਨੂੰ ਕੋਈ ਹੈਲਪ ਕਰਨ ਜਾਂ ਸਰਕਾਰ ਹੈ ਕੋਈ ਹੈਲਪ ਕਰੇ ਜੀ ਤੇ ਜਿਹੜੇ ਪਹਿਲਾਂ ਹੀ ਬੀਜੇਪੀ ਜਿਹੜੇ ਸਾਖੀਆਂ ਦੇ ਸਹਾਰਿਆਂ ਨੇ ਚੱਲਦੀ ਆ ਉਹਨੂੰ ਸਾਡੀ ਮਦਦ ਕੀ ਕਰੇ। ਜੀ ਜੀ ਇਸ ਜੀ ਕਰਕੇ ਮੈਂ ਕਹੂੰਗਾ ਕਿ ਲੋਕ ਮਤ ਦੀ ਲੋੜ ਹੈ, ਲੋਕਾਂ ਦੀ ਜਾਗਰਤੀ ਦੀ ਲੋੜ ਹੈ। ਇਸ ਚੀਜ਼ ਦਾ ਖੰਡਨ ਗੁਰੂ ਸਾਹਿਬ ਨੇ ਕੀਤਾ ਹੈ ਉਹ ਉਸ ਤਰ੍ਹਾਂ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੁਕਮਾਂ ਮੁਤਾਬਕ ਹੋਣਾ ਚਾਹੀਦਾ ਜੀ ਤੇ ਇਹ ਲੋਕ ਰਾਏ ਜਿਹੜੀ ਹੈਗੀ ਹੈ ਕਿ ਲੋਕ ਰਾਏ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕੀਤੀ ਹੈ। ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਬਿਲਕੁਲ ਸਹੀ। ਹੈਲੋ ਹੈਲੋ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦੋਗੇ ਤਾਂ ਤੁਹਾਡੀ ਆਵਾਜ਼ ਆਏਗੀ ਨਹੀਂ ਤੇ ਨਹੀਂ ਆਏਗੀ। ਹੈਲੋ ਭਾਈ ਸਾਹਿਬ ਜਦੋਂ ਗੱਲ ਕਰਨਾ ਚਾਹੁੰਦੇ ਹੋ ਤੇ ਟੀਵੀ ਦੀ ਆਵਾਜ਼ ਘੱਟ ਕਰ ਦਿਓ ਬੰਦ ਕਰ ਦਿਓ। ਹਾਂਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ। ਪਰ ਤੁਸੀਂ ਨਾ ਟੀਵੀ ਦੀ ਆਵਾਜ਼ ਕਰਦੇ ਹੋ ਤੇ ਨਾ ਤੁਹਾਡੀ ਗੱਲ ਸੁਣੀ ਜਾਂਦੀ ਹੈ ਨਾ ਤੁਹਾਨੂੰ ਸੁਣਾਇਆ ਜਾ ਸਕਦਾ। ਜੀ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋ ਹੁਕਮ ਕਰੋ। ਕੌਣ ਬੋਲ ਰਹੇ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਖਦੇਵ ਸਿੰਘ ਬੋਲ ਰਿਹਾ ਜੀ। ਕਿੱਥੋਂ ਵੀਰ ਜੀ? ਮੈਂ ਵਿਸਕਾਂਸਨ ਤੋਂ ਬੋਲ ਰਿਹਾ। ਹਾਂਜੀ ਹੁਕਮ ਕਰੋ ਸੁਖਦੇਵ ਸਿੰਘ ਜੀ। ਹਾਂਜੀ ਹੁਕਮ ਇਹ ਹੈ ਜੀ ਹੁਕਮ ਤਾਂ ਕੋਈ ਨਹੀਂ ਮਤਲਬ ਇੱਕ ਅਰਜ਼ ਆ ਜੀ ਵੀ ਜਿਹੜਾ ਮੂਰਤੀ ਪੂਜਾ ਜਿਹੜੀ ਹੈ ਇਹ ਬਹੁਤ ਵੈਸੇ ਗਲਤ ਆ। ਜਿਹੜੀਆਂ ਲੋਕੀ ਘਰੇ ਫੋਟੋਆਂ ਰੱਖਦੇ ਆ ਕਿ ਉਹ ਜਾਇਜ਼ ਆ? ਮੈਂ ਉਹਦੇ ਤੇ ਮੈਨੂੰ ਲੱਗਦਾ ਮੈਂ ਵੱਖਰਾ ਜ਼ਰੂਰ ਪ੍ਰੋਗਰਾਮ ਕਰ ਦਿਆਂਗਾ ਪਰ ਤੁਸੀਂ ਅੱਜ ਇਹਦੇ ਤੇ ਕਰੋ। ਲੋਕ ਜਿਹੜੇ ਫੋਟੋਆਂ ਖਰੀਦ ਕੇ ਤੇ ਉਹ ਘਰੇ ਬੈਠ ਕੇ ਜੀ ਉਹਨਾਂ ਦੀ ਧੂਪਾਂ ਬੱਤੀਆਂ ਕਰਦੇ ਆ। ਉਹ ਗਲਤ ਹੈ। ਉਹਦੇ ਚ ਸਿੱਖ ਰਹਿਤ ਮਰਿਆਦਾ ਚ ਲਿਖਿਆ ਫੋਟੋ ਨੂੰ ਮੱਥੇ ਟੇਕਣਾ ਮਨਾ ਹੈ। ਬਿਲਕੁਲ ਉਹਦੇ ਸਪਸ਼ਟ ਲਿਖਿਆ। ਦੂਸਰੀ ਗੱਲ ਇੱਕ ਦੇਖੋ ਇਸਲਾਮ ਦਾ ਇੱਕ ਬੜਾ ਪੱਕਾ ਅਸੂਲ ਆ ਉਹਨਾਂ ਦੀ ਕੋਈ ਮੁਹੰਮਦ ਦੀ ਅੱਜ ਤੱਕ ਕਿਸੇ ਨੇ ਫੋਟੋ ਨਹੀਂ ਬਣਾਈ ਅਜੇ ਤੱਕ। ਜੀ 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 ਉਹਨਾਂ ਨੇ ਇਹੋ ਜਿਹਾ ਹੁਕਮਨਾਮਾ ਜਾਰੀ ਕੀਤਾ ਹੋਇਆ ਜਿਹੜਾ ਮੁਹੰਮਦ ਦੀ ਫੋਟੋ ਬਣਾਵੇਗਾ ਉਹਨੂੰ ਮੌਤ ਦੀ ਸਜ਼ਾ। ਮੈਂ ਉਹਨਾਂ ਨਾਲ ਗੱਲ ਕੀਤੀ ਹੈ ਮੌਲਵੀਆਂ ਨਾਲ ਗੱਲ ਕਰਕੇ ਮੈਂ ਕਿਤੇ ਉਹਨਾਂ ਨਾਲ ਗੱਲ ਕੀਤੀ ਹੋਈ ਹੈ ਤਾਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ। ਠੀਕ ਹੈ ਬਹੁਤ ਬਹੁਤ ਪਰ ਸਾਡੇ ਅਕਾਲ ਤਖਤ ਤੋਂ ਕੋਈ ਇਹੋ ਜਿਹਾ ਸਖਤ ਹੁਕਮਨਾਮਾ ਜਾਰੀ ਨਹੀਂ ਕੀਤਾ ਗਿਆ। ਠੀਕ ਹੈ ਚਲੋ ਤੁਹਾਡਾ ਸੁਨੇਹਾ। ਸਾਰਾ ਕੰਮ ਅਕਾਲ ਤਖਤ ਦਾ ਕੰਮ ਆ। ਸਰਕਾਰ ਦਾ ਵਿਗੀਆਂ ਹੋਈਆਂ ਸਰਕਾਰ ਦਾ ਕੋਈ ਮਤਲਬ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗੀ ਸਰਕਾਰ। ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਦਾਸ ਰਘਵੀਰ ਸੰਧੂ ਬੋਲਦਾ ਜੀ ਸਿਆਸਤ ਤੋਂ। ਹਾਂਜੀ ਸੰਧੂ ਸਾਹਿਬ ਜੀ ਆਇਆਂ ਨੂੰ। ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ ਹਾਂਜੀ ਹੁਕਮ ਕਰੋ। ਮੈਂ ਰਾਸੀ ਟੀਵੀ ਸਾਹਿਬ ਜੀ ਦਾ ਦਰਸ਼ਨ ਵੀ ਕਰ ਰਿਹਾ ਜੀ। ਜੀ ਮੁੱਦੇ ਤਾਂ ਤੁਹਾਡੇ ਬਹੁਤ ਅੱਛੇ ਪਰ ਤੁਸੀਂ ਜਿੱਦਾਂ ਜਾਗਰੂਕ ਹੋਣ ਦੀ ਗੱਲ ਕੀਤੀ ਹੈ ਜਿਹੜੀ ਸਾਡੀ ਪੰਥ ਉਹ ਇਸ ਦੀ ਕੀ ਕਰ ਰਹੀ ਜਾਂ ਉਹ ਇਸ ਨੂੰ ਫੈਲਾਉਣ ਵਿੱਚ ਜ਼ਿਆਦਾ ਪਾਠ ਕੀ ਕਰ ਰਹੀ ਹੈ ਤੁਸੀਂ ਉਹ ਦੱਸਣਾ। ਹਾਂਜੀ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਨਾ ਜੀ ਮੈਂ ਤੁਹਾਨੂੰ ਸੁਣਨਾ ਹੀ ਚਾਹੁੰਦਾ ਵੀ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਕਿ ਅਕਾਲੀ ਸਰਕਾਰ ਹੋਵੇ ਪੰਥ ਸਰਕਾਰ ਹੋਵੇ ਜੀ ਤੇ ਫਿਰ ਇਹ ਕੁਝ ਹੋਰ ਹੋਵੇ ਤਾਂ ਮਤਲਬ ਆਗ ਕਰੇ ਜਾਂ ਹੋਰ ਕਰਾ ਦੇ। ਸਰਕਾਰਾਂ ਵੀ ਉਹੀ ਕਰਦੀਆਂ ਜਿਹੋ ਜਿਹੇ ਲੋਕ ਹੁੰਦੇ ਆ ਜੋ ਲੋਕ ਚੇਤਨਤਾ ਹੁੰਦੀ ਹੈ ਲੋਕਾਂ ਦੀ ਆਵਾਜ਼ ਹੀ ਜਿਹੜੀ ਹੈ ਸਰਕਾਰਾਂ ਉਸ ਤੇ ਅਮਲ ਕਰਦੀਆਂ। ਪਰ ਜੇਕਰ ਜਨਤਾ ਨੂੰ ਆਮ ਸਿੱਖ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਤੇ ਸਰਕਾਰ ਨੂੰ ਤਾਂ ਬਲਕਿ ਖੁਸ਼ੀ ਹੋਏਗੀ। ਉਹਨਾਂ ਨੂੰ ਕੀ ਇਤਰਾਜ਼ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਤੁਸੀਂ ਭਾਈ ਸਾਹਿਬ ਤੁਹਾਨੂੰ ਵੀ ਬੇਨਤੀ ਹੈ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰ ਲਓ ਜੀ। ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੌਣ ਬੋਲ ਰਹੇ ਜੀ? ਕਰਨੈਲ ਸਿੰਘ ਬੋਲ ਰਿਹਾ ਜੀ ਜੱਸੀ ਤੋਂ। ਹਾਂਜੀ ਕਰਨੈਲ ਸਿੰਘ ਜੀ ਪ੍ਰਧਾਨ ਸਾਹਿਬ ਕੀ ਹਾਲ ਹੈ? ਹੁਕਮ ਕਰੋ। ਆਪਣੇ ਲਾਮਾ ਸਾਹਿਬ ਤੁਸੀਂ ਪ੍ਰੋਗਰਾਮ ਲੈ ਕੇ ਆਏ ਆ ਜੀ ਔਰ ਇਹ ਪ੍ਰੋਗਰਾਮ ਦੀ ਸ਼ਾਇਦ ਵੀ ਬਹੁਤ ਸਮਝ ਆਊਗੀ ਕਿ ਸਾਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਜੀ। ਬਾਕੀ ਤੁਸੀਂ ਜਾ ਕੇ ਦੇਖ ਲਓ ਜੀ ਉੱਥੋਂ ਪ੍ਰਚਾਰ ਵੀ ਕਰਨਗੇ। ਪ੍ਰਚਾਰ ਵਿੱਚ ਉਹ ਹੀ ਕਹਿੰਦੇ ਆ ਜੋ ਸੰਗਤ ਦਾ ਕੇਸ ਆ ਸੰਗਤ ਦਾ ਕੇਸ ਵੇਖ ਕੇ ਗੱਲ ਕਰਦੇ ਆ। ਤੇ ਉਹਨਾਂ ਨੇ ਕਹਿਣਾ ਆ ਤੁਸੀਂ ਮਤਲਬ ਮੂਰਤੀਆਂ ਨੂੰ ਆਪਣੇ ਨਾਮ ਵੱਲੋਂ ਇਹ ਕਰੋ ਉਹ ਆਪੂਰਤੀਆਂ ਨੂੰ ਮੰਨਦੇ ਹੈਗੇ ਆ ਤੇ ਉਹਨਾਂ ਨੇ ਮਤਲਬ ਦਾ ਰੋਕਣਾ ਹੈਗਾ ਜੀ।
ਤੁਸੀਂ ਦੇਖ ਲਓ ਆ ਜਿਹੜੇ ਪਿੰਡਾਂ ਦੇ ਵਿੱਚ ਸਿਆਣੇ ਆ ਜਾਂ ਮਾੜੇ ਮੋਟੇ ਤੁਰੇ ਫਿਰਦੇ ਦੇਖੋ ਜਿਹੜੇ ਅਮਰਪ੍ਰੀਤ ਸਿੰਘ ਜਾ ਕੇ ਉਹਨਾਂ ਨੂੰ ਮੱਥਾ ਟੇਕਦੇ, ਹਾਲਾਂਕਿ ਸਾਨੂੰ ਵਰਤੇ ਦਾ ਕਿਸੇ ਨੂੰ ਨਹੀਂ ਮੱਥਾ ਟੇਕਦਾ। ਤੇ ਜਿਹੜੇ ਪ੍ਰਚਾਰਕ ਆ ਜੀ ਉਹਨਾਂ ਨੂੰ ਕਹੋ ਜੀ ਤੁਸੀਂ ਗੁਰੂ ਘਰ ਦੇ ਪ੍ਰਚਾਰਕਾਂ ਦੇ ਆਪਣੇ ਸਟੇਜ ਤੋਂ ਅੰਮ੍ਰਿਤ ਸੰਚਾਰ ਦੀ ਗੱਲ ਕਰਿਆ ਕਰੋ, ਅਮਰ ਦੀ ਗੱਲ ਕਰਿਆ ਕਰੋ, ਉਹ ਮੇਰੀ ਸੰਗਤ ਗੁੱਸਾ ਕਰ ਜਾਂਦੀ ਹੈ। ਚਲੋ ਪ੍ਰਧਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡੇ ਵਿਚਾਰਾਂ ਲਈ ਸ਼ੁਕਰੀਆ। ਤੇ ਪਿਆਰੇ ਦਰਸ਼ਕੋ, ਇਹ ਜਿਤਨਾ ਅਸੀਂ ਗੰਭੀਰ ਸਮਝ ਰਹੇ ਹਾਂ ਉਸ ਤੋਂ ਜ਼ਿਆਦਾ ਗੰਭੀਰ ਹੈ, ਉਹ ਬੁਨਿਆਦੀ ਹੈ ਔਰ ਖਾਲਸੇ ਦੇ ਨਿਆਰੇਪਨ ਦੇ ਉੱਤੇ ਸਹੀ ਮਾਇਨੇ ਦੇ ਵਿੱਚ ਇੱਕ ਬਹੁਤ ਵੱਡਾ ਹਮਲਾ ਹੈ। ਇੱਕ ਗੱਲ ਜ਼ਰੂਰ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ, ਕਈ ਦਫਾ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵੀ ਮੂਰਤੀ ਨਹੀਂ। ਮੂਰਤੀ ਦਾ ਅਰਥ, ਮੂਰਤ ਜਾਂ ਮੂਰਤੀ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦਾ ਰੈਪਲੀਕਾ, ਉਸ ਦਾ ਸਰੂਪ ਬਣਾ ਕੇ ਚਿੱਤਰਣ ਕਰਨਾ ਜਾਂ ਆਕਾਰ ਦੇਣਾ। ਗੁਰੂ ਗ੍ਰੰਥ ਸਾਹਿਬ ਖੁਦ ਗੁਰੂ ਗ੍ਰੰਥ ਹੈ, ਖੁਦ ਹੈ, ਉਹ ਉਸ ਦੀ ਮੂਰਤੀ ਨਹੀਂ ਹੈ। ਹਾਂ, ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਜਾਂ ਉਹਦਾ ਸਕੈਚ ਜਾਂ ਉਹਦੀ ਮੂਰਤੀ ਬਣਾਏ, ਉਹ ਉਹਦੀ ਮੂਰਤੀ ਹੋਏਗੀ। ਗੁਰੂ ਗ੍ਰੰਥ ਸਾਹਿਬ ਖੁਦ ਮੂਰਤੀ ਨਹੀਂ ਹੈ। ਜਿਵੇਂ ਕਿਰਪਾਨ ਅਗਰ ਖੁਦ ਜੋ ਹੈ ਉਹ ਕਿਰਪਾਨ ਹੈ, ਉਸ ਦੀ ਅਗਰ ਕੋਈ ਤਸਵੀਰ ਬਣਾਏ ਉਹ ਉਹਦੀ ਮੂਰਤ ਜਾਂ ਮੂਰਤੀ ਹੋ ਸਕਦੀ ਹੈ, ਉਹ ਕਿਰਪਾਨ ਨਹੀਂ ਹੋ ਸਕਦੀ। ਪਰ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਹੈ। ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀਏ, ਇਹ ਸਾਡਾ ਅੱਜ ਦਾ ਮੁੱਦਾ ਹੈ ਔਰ ਬਹੁਤ ਗੰਭੀਰ। ਤੁਹਾਡੇ ਵਿਚਾਰ ਤੁਸੀਂ info@justpunjabi.com, lamba@justpunjabi.com ਦੇ ਉੱਤੇ ਇੱਕ ਹੋਰ ਪ੍ਰੋਗਰਾਮ ਲੈ ਕੇ ਮਤੇ ਗੁਰਮਤੇ ਅਗਲੇ ਮੰਗਲਵਾਰ 8:30 ਵਜੇ ਈਸਟਰਨ ਟਾਈਮ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।